ਉਹਨਾਂ ਨੂੰ ਆਇਆ ਸੀ ਵੀ ਚਲੋ ਹੌਲੀ ਹੌਲੀ ਥੱਕ ਜਾਣਗੇ, ਪੈਸੇ ਖਤਮ ਹੋ ਜਾਣਗੇ, ਬਾਕੀ ਦੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਹੋ ਜਾਣਗੀਆਂ। ਪਰ ਇਹ ਅੰਦੋਲਨ ਐਡਾ ਵੱਡਾ ਸਾਬਤ ਹੋਇਆ ਕਿਉਂਕਿ ਇਹਦਾ ਵਿਰਸਾ ਹੋਰ ਸੀ, ਇਹ ਕਿਸੇ ਹੋਰ ਵਿਰਸੇ 'ਚੋਂ ਆਇਆ ਸੀ ਤੇ ਉਸ ਟਾਈਮ ਲੋਕਾਂ ਨੇ ਇਹਨੂੰ ਹੋਂਦ ਦਾ ਸਵਾਲ ਬਣਾ ਕੇ ਲੜਿਆ। ਇਸੇ ਕਰਕੇ ਇਹ ਅੰਦੋਲਨ ਹੁਣ ਤੱਕ ਦੇਰੀ ਹੋਈ ਹੈ। ਮੈਨੂੰ ਲੱਗਦਾ ਉਹਨਾਂ ਗਲਤ ਫਹਿਮੀਆਂ ਦੇ ਵਿੱਚੋਂ ਜਦੋਂ ਪੱਛਮੀ ਬੰਗਾਲ ਤੇ 5 ਰਾਜਾਂ ਦੀਆਂ ਚੋਣਾਂ ਸੀ ਉਦੋਂ ਪਹਿਲਾ ਸੱਦਾ ਦਿੱਤਾ ਸੀ ਕਿ ਇਹਨੂੰ ਬੀਜੇਪੀ ਨੂੰ ਹਰਾਓ, ਬਾਕੀ ਜਿਹਨੂੰ ਮਰਜ਼ੀ ਜਿਤਾ ਦਿਓ। ਤੇ ਹੁਣ ਕਿਉਂਕਿ 5 ਰਾਜਾਂ ਦੀਆਂ ਚੋਣਾਂ ਆ ਰਹੀਆਂ ਨੇ, ਯੂਪੀ ਉਹ 'ਚ ਸਭ ਤੋਂ ਬੜਾ ਕੁਐਸਚਨ ਹੈ। ਯੂਪੀ ਦੇ ਰਾਹੀਂ ਕਹਿੰਦੇ ਪ੍ਰਧਾਨ ਮੰਤਰੀ ਦੀ ਗੱਦੀ ਤੱਕ ਰਸਤਾ ਜਾਂਦਾ ਹੈ। ਮੈਨੂੰ ਇਹ ਲੱਗਦਾ ਕਿ ਦੋ ਗੱਲਾਂ ਬਹੁਤ ਵੱਡੀਆਂ ਹੋਈਆਂ ਨੇ ਜਿਹਦੇ ਕਰਕੇ ਸਿਆਸਤ ਦਾ ਦਬਾਅ ਸੀ। ਜੇ ਆਹ ਹੁਣ ਨਾ ਕਰਦੇ ਔਰ ਇਹ ਮੌਕਾ ਚੁਣਨਾ ਸੀ, ਜੇ ਇਹਦੇ ਤੋਂ ਬਿਨਾਂ ਮੌਕੇ ਲੰਘ ਜਾਂਦੇ, ਕਿਹਾ ਜਾਂਦਾ ਜੇ ਲਖੀਮਪੁਰ ਨਾ ਹੁੰਦਾ, ਲਖੀਮਪੁਰ ਕਾਂਡ ਦੇ ਵਿੱਚ ਕਿੱਡਾ ਵੱਡਾ ਮਤਲਬ ਕਤਲੇਆਮ ਹੋਇਆ ਇੱਕ ਟਾਈਪ ਦਾ, ਤੇ ਜੇ ਲਖੀਮਪੁਰ ਨਾ ਹੁੰਦਾ ਸ਼ਾਇਦ ਦੀਵਾਲੀ ਨੂੰ ਵਰਤ ਲੈਂਦਾ ਮੋਦੀ ਵੱਡੇ ਤਿਉਹਾਰ ਦੇ ਵਿੱਚ। ਹੁਣ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ, ਉਹਨੂੰ ਇਹ ਵੀ ਲੱਗਦਾ ਸੀ, ਜਿਹੜਾ ਮੈਨੂੰ ਲੱਗਦਾ ਮਲਕ ਦੀਆਂ ਗੱਲਾਂ ਦਾ ਅਸਰ ਵੀ ਹੋਇਆ ਮੋਦੀ ਤੇ ਲੱਗਦਾ ਕਿ ਫਿਰ ਰਿਵੈਂਜ ਪੈ ਜਾਂਦਾ, ਹਮਲਾ ਹੋ ਜਾਂਦਾ ਹੈ ਹਿਸਟੋਰੀਕਲੀ। ਤੇ ਜੇ ਇਹਨਾਂ ਨੂੰ ਬਿਨਾਂ ਕੁਛ ਦਿੱਤੇ ਤੋਰਤਾ ਜਾਂ ਵਾਪਸ ਚਲੇ ਗਏ ਤਾਂ ਇਤਿਹਾਸ ਪੜ੍ਹੋ ਕਿ ਇਹ ਫਿਰ ਇੰਡੀਵਿਜੂਅਲ ਵੀ ਨੁਕਸਾਨ ਤੱਕ ਕਿੰਨਾ ਤੱਕ ਚਲੇ ਜਾਂਦੇ। ਅੱਜ ਦਾ ਸਰ ਉਹ ਵੀ ਇੱਕ ਬੜਾ ਵੱਡਾ ਕਾਰਨ ਹੋ ਸਕਦਾ ਹੈ। ਮੇਰੇ ਖਿਆਲ ਹੈ ਵੀ ਅੱਜ ਦਾ ਦਿਨ ਚੁਣਿਆ ਗਿਆ। ਇਹ ਗੱਲ ਤੁਸੀਂ ਦੇਖੋ ਕਿੰਨੀ ਵੱਡੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਦੁਨੀਆ ਸਾਹਮਣੇ ਸਾਰੇ ਟੀਵੀ ਚੈਨਲਾਂ ਤੇ ਲਾਈਵ ਹੋ ਕੇ ਕਹਿੰਦਾ ਕਿ ਮੈਂ ਫੈਸਲਾ ਕਰਦਾ, ਪਰ ਉਸੇ ਦੇਸ਼ ਦੇ ਲੋਕਾਂ ਨੂੰ ਯਕੀਨ ਨਹੀਂ ਵੱਜ ਰਿਹਾ ਵੀ ਪ੍ਰਧਾਨ ਮੰਤਰੀ ਇਹਦੇ ਖੜੂਗਾ ਕਿ ਨਹੀਂ। ਜਿਵੇਂ 15 ਲੱਖ ਤੇ ਨਹੀਂ ਖੜੇ ਸੀ, ਜਿਵੇਂ ਬਾਕੀ ਜਿੰਨੇ ਮੁੱਦੇ ਜਾਂ ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਈਵਨ ਲੋਕਾਂ ਨੂੰ ਇੱਕ ਇਹ ਵੀ ਹੈ ਕਿ ਤੁਸੀਂ ਮੈਨੀਫੈਸਟੋ 'ਚ ਇਹ ਵੀ ਪਾਇਆ ਸੀਗਾ ਆਪਦੇ 'ਚ 2014 ਵਾਲੇ 'ਚ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਪੂਰੀ ਲਾਗੂ ਕਰਾਂਗੇ। ਅਗਲੇ 15 ਦਿਨ ਬਾਅਦ ਸੁਪਰੀਮ ਕੋਰਟ 'ਚ ਲੈ ਕੇ ਬਾਗੇ ਸੀ ਹਲਫਨਾਮਾ ਕਿ ਇਹ ਤਾਂ ਹੋ ਨਹੀਂ ਸਕਦਾ। ਵੈਸੇ ਪ੍ਰਧਾਨ ਮੰਤਰੀ ਕਹਿੰਦਾ ਮੈਂ ਲੋਕਾਂ ਦਾ ਪ੍ਰਧਾਨ ਮੰਤਰੀ ਜੇ ਬਾਕੀ ਦੇ ਅੱਜ ਤੱਕ ਇੱਕ ਵੀ ਮੀਟਿੰਗ ਕਿਸਾਨਾਂ ਨਾਲ ਉਹਨੇ ਕਿਉਂ ਨਹੀਂ ਕੀਤੀ। ਜੇ ਤੁਸੀਂ ਜਮਹੂਰੀਅਤ ਦੇ ਪ੍ਰਧਾਨ ਮੰਤਰੀ ਹੋ, ਜੇ ਹੁਣ ਵਿਆਹ ਐਲਾਨ ਕਰਨਾ ਸੀ 2 ਦਿਨ ਪਹਿਲਾਂ ਕਿਸਾਨਾਂ ਨਾਲ ਗੱਲ ਵੀ ਤਾਂ ਹੋ ਸਕਦੀ ਸੀ, ਗੱਲਬਾਤ ਤੋਂ ਪਹਿਲਾਂ ਬਾਅਦ ਐਲਾਨ ਕਰਨਾ। ਲੋਕੀ ਸਵਾਲ ਇਹੀ ਸਵਾਲ ਹੁੰਦਾ ਤੇ ਇਹ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਬੁਲਾਉਂਦੇ, ਬੁਲਾ ਕੇ ਸਾਰਾ ਤੈਅ ਕਰਕੇ ਐਲਾਨ ਤੁਸੀਂ ਕਰ ਦਿੰਦੇ, ਕਹਿੰਦੇ ਭਾਈ ਮੈਂ ਕਰੂੰਗਾ। ਪਰ ਇਹ ਸਿਹਰਾ ਲੈਣ ਦਾ ਸਵਾਲ ਹੈ, ਕਿਤੇ ਉਹਦੇ ਦਿਮਾਗ 'ਚ ਇਹ ਹੈ ਵੀ ਇਹਦਾ ਸਿਹਰਾ ਕਿਸਾਨਾਂ ਨੂੰ ਨਾ ਚਲਾ ਜਾਏ। ਕਿ ਵਾਕਈ ਡਰੇਗਾ ਸੀ ਜਿਵੇਂ ਬੰਗਾਲ ਖੋਇਆ ਗਿਆ ਇਹਨਾਂ ਕੋਲੋਂ, ਯੂਪੀ ਵੀ ਖੋਈ ਜਾਣੀ ਹੈ ਜੇ ਅੰਦੋਲਨ ਲੰਬਾ ਚਲਾ ਗਿਆ। ਇਹ ਡਰਦੇ ਕਦੇ ਨਹੀਂ ਵਾਪਸ ਹੋਏ ਨੇ? ਨਹੀਂ, ਬਿਲਕੁਲ ਹੋਰ ਕੋਈ ਕਾਰਨ ਹੀ ਨਹੀਂ। ਉਹ ਅਜੇ ਪਾਲਿਸੀ ਤੋਂ ਨਹੀਂ ਹਿੱਲਿਆ, ਪਾਲਿਸੀ ਉਹਦੀ ਉਹੀ ਹੈ, ਪਰ ਇਹਦਾ ਸਿੱਧਾ ਦਬਾਅ ਹੈ ਚੋਣਾਂ ਦਾ ਦਬਾਅ ਹੈ, ਜਿਹੜੇ ਦਬਾਅ ਦੇ ਵਿੱਚ ਉਹਨੂੰ ਪਿੱਛੇ ਹਟਣਾ ਪਿਆ, ਉਸ ਪਾਸੇ ਵੱਲ ਆਉਣਾ ਪਿਆ। ਜੇ ਅੱਜ ਗੁਰੂ ਨਾਨਕ ਸਾਹਿਬ ਤੇ ਉਹ ਜੋਗੀ ਭਾਸ਼ਣ ਦੇ ਜਾਂ ਮੋਦੀ ਉਹ ਅਲੱਗ ਗੱਲ ਹੈ, ਪਰ ਉਹਦੀ ਪਾਲਿਸੀ ਜਿਹੜੀ ਹੈ ਉਹ ਟੋਟਲੀ ਟਕਰਾਮੀ ਹੈ। ਮੋਰਚੇ ਦੇ ਆਗੂਆਂ ਨੂੰ ਵੀ ਇਹ ਪਤਾ ਸੀ ਕਿ ਲੋਕ ਮੋਰਚੇ ਦੇ ਨਾਲ ਨੇ, ਕਿਸੇ ਇਕੱਲੇ ਆਗੂ ਦੇ ਨਾਲ ਨਹੀਂ। ਜਿਹੜਾ ਵੀ ਮੋਰਚੇ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰੂ, ਜਿਹੜਾ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੂ, ਉਹ ਸਾਈਡਲਾਈਨ ਕਰ ਦਿੱਤਾ ਜਾਏਗਾ। ਸਾਡੇ ਸਾਹਮਣੇ ਕਿੰਨੀ ਹਸਤੀਆਂ ਨੇ ਜਿਨ੍ਹਾਂ ਨੂੰ ਐਂ ਦੱਸਦੇ ਵੀ ਲੋਕ ਇਹਦੇ ਨਾਲ ਨੇ, ਲੋਕ ਉਹਦੇ ਨਾਲ ਨੇ, ਉਹ ਦਿਖਾਈ ਦਿੰਦੇ ਨੇ ਕਿਤੇ 1 ਸਾਲ ਦੇ ਵਿੱਚ। ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਨਿਊਜ਼ 'ਤੇ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਨਰਿੰਦਰ ਮੋਦੀ ਜੀ ਨੇ ਲਾਈਵ ਹੋ ਕੇ 3 ਕਾਲੇ ਕਾਨੂੰਨ ਨੂੰ ਰੱਦ ਕਰਨ ਵਾਸਤੇ ਕਹਿ ਦਿੱਤਾ ਹੈ। ਦੂਸਰੇ ਪਾਸੇ ਮਾਫੀ ਵੀ ਮੰਗੀ ਹੈ। ਹੁਣ ਅਲੱਗ-ਅਲੱਗ ਤਰੀਕੇ ਦੇ ਨਾਲ ਅਲੱਗ-ਅਲੱਗ ਲੋਕੀ ਸਿੱਟੇ ਕੱਢ ਰਹੇ ਨੇ, ਪਰ ਇੱਕ ਗੱਲ ਪੱਕੀ ਹੈ ਵੀ ਕਾਨੂੰਨ ਹੁਣ ਰੱਦ ਹੋਣਗੇ। ਸਿਰਫ ਅਨਾਉਂਸਮੈਂਟ ਕੀਤੀ ਗਈ ਹੈ ਮੋਦੀ ਵੱਲੋਂ, ਪਰ ਉਸ ਦੇ ਬਾਵਜੂਦ ਵੀ ਕਾਗਜ਼ੀ ਕਾਰਵਾਈ ਹੱਲੇ ਬਾਕੀ ਹੈ। ਕਾਨੂੰਨ ਆਏ ਸੀ ਸੰਸਦ ਵਿੱਚੋਂ, ਪਾਰਲੀਮੈਂਟ ਵਿੱਚੋਂ, ਸਾਈਨ ਹੋਏ ਸੀ ਰਾਸ਼ਟਰਪਤੀ ਦੇ, ਉਸ ਤੋਂ ਬਾਅਦ ਕਾਨੂੰਨ ਬਣੇ ਸੀ। ਇਹ ਉਸੇ ਹੀ ਤਰੀਕੇ ਦੇ ਨਾਲ ਰੱਦ ਹੋਣਗੇ। ਕਿਸਾਨੀ ਜਥੇਬੰਦੀਆਂ ਨੇ ਵੀ ਕਹਿ ਦਿੱਤਾ, ਤਾਂ ਹੀ ਦਿੱਲੀ ਦੀਆਂ ਬਾਰਡਰਾਂ ਤੋਂ ਵਾਪਸੀ ਹੋਏਗੀ। ਹੁਣ ਇਸ ਦੇ ਮਾਇਨੇ ਕੀ ਨੇ? ਕੋਈ ਅਲੱਗ-ਅਲੱਗ ਤਰਕ ਨਾਲ ਅਲੱਗ-ਅਲੱਗ ਤਰੀਕੇ ਨਾਲ ਇਸ ਚੀਜ਼ ਦੀ ਵਿਆਖਿਆ ਕਰ ਰਿਹਾ। ਕੋਈ ਕਹਿੰਦੇ ਜਥੇਬੰਦੀਆਂ ਨਾਲ ਗੱਲਬਾਤ ਨਹੀਂ ਕੀਤੀ ਬੀਜੇਪੀ ਨੇ, ਇੰਡੀਆ ਸਰਕਾਰ ਨੇ, ਉਸ ਦੇ ਬਾਵਜੂਦ ਇਹ ਕਾਨੂੰਨ ਰੱਦ ਕਿਵੇਂ ਹੋ ਗਏ? ਕਿ ਵਾਕਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਜਾ ਕੇ ਨਰਿੰਦਰ ਮੋਦੀ ਨੇ ਇਹ ਸਿੱਖਾਂ ਨੂੰ ਇੱਕ ਤੋਹਫਾ ਦਿੱਤਾ ਕਿ ਵਾਕਈ ਕਿਸਾਨ ਇਸ ਚੀਜ਼ ਨੂੰ ਮੰਨ ਕੇ ਵਾਪਸ ਆ ਜਾਣਗੇ, ਜਾਂ ਹੱਲੇ ਵੀ, ਕਿਉਂਕਿ ਕਿਸਾਨ ਆਗੂਆਂ ਨੇ ਕਹਿ ਤਾ ਵੀ ਉਹ ਉੱਥੇ ਹੀ ਬੈਠਣਗੇ ਜਦ ਤੱਕ ਲਿਖਤੀ ਰੂਪ ਵਿੱਚ ਰਾਸ਼ਟਰਪਤੀ ਦੇ ਉਸ ਕਾਨੂੰਨਾਂ ਦੇ ਉੱਤੇ ਸਾਈਨ ਨਹੀਂ ਹੋ ਜਾਂਦੇ ਵੀ ਉਹ ਰੱਦ ਹੋਏ ਨੇ। ਅੱਜ ਗੁਰਪੁਰਬ ਵੀ ਹੈ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਵੀ ਹੈ, ਉਸ ਨੂੰ ਲੈ ਕੇ ਵੀ ਚਰਚਾ ਬਣੀ ਹੋਈ ਸੀ। ਅੱਜ ਹੀ ਕਿਉਂ? ਸਾਡੇ ਨਾਲ ਸੀਨੀਅਰ ਪੱਤਰਕਾਰ ਹਮੀਤ ਸਿੰਘ ਨੇ ਪੰਜਾਬੀ ਟ੍ਰਿਬਿਊਨ ਤੋਂ 1 ਸਾਲ ਤੋਂ ਲਗਭਗ 1 ਸਾਲ ਤੋਂ ਲਗਾਤਾਰ ਹੀ ਅਖਬਾਰਾਂ ਦੇ ਵਿੱਚ ਲੇਖ ਲਿਖਦੇ ਆਏ ਨੇ ਕਿਸਾਨਾਂ ਨੂੰ ਲੈ ਕੇ, ਕਿਸਾਨਾਂ ਦੀਆਂ
ਸਮੱਸਿਆ ਨੂੰ ਲੈ ਕੇ ਪੰਜਾਬ 'ਚ ਕੀ ਸਮੱਸਿਆ, ਹਰਿਆਣੇ 'ਚ ਕੀ ਸਮੱਸਿਆ, ਅਲੱਗ-ਅਲੱਗ ਤਰੀਕੇ ਨਾਲ ਵਿਆਖਿਆ ਕੀਤੀ। ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਇਸ ਦੇ ਸਿੱਟੇ ਕੀ ਨੇ, ਅੱਜ ਹੀ ਕਿਉਂ, ਅੱਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਹੀ ਦਿਨ ਨਰਿੰਦਰ ਮੋਦੀ ਨੇ ਕਿਉਂ ਕਿਹਾ ਵੀ 3 ਕਾਲੇ ਕਾਨੂੰਨ ਰੱਦ ਹੋ ਗਏ ਨੇ। ਸਾਡੇ ਨਾਲ ਹਮੀਰ ਸਿੰਘ ਨੇ। ਸਰ ਬਹੁਤ ਸਵਾਗਤ ਹੈ ਪੰਜਾਬ ਨਿਊਜ਼ ਤੇ। ਜੀ ਸ਼ੁਕਰੀਆ। ਪਹਿਲਾਂ ਮੇਰਾ ਸਵਾਲ ਇਹ ਹੈ ਕਿ ਤੁਸੀਂ ਇੰਨਾ ਸਮਾਂ ਲਿਖਦੇ ਆਏ, 1 ਸਾਲ ਲਗਭਗ ਹੋ ਗਿਆ, 26 ਨਵੰਬਰ ਨੂੰ 1 ਸਾਲ ਹੋ ਜਾਣੇ ਸੀ। ਉਸ ਤੋਂ ਪਹਿਲਾਂ ਵੀ ਇੱਥੇ ਰੇਲਾਂ ਰੋਕੀਆਂ, ਸੜਕਾਂ ਤੇ ਬੈਠੇ ਰਹੇ ਕਿਸਾਨ, ਦਿੱਲੀ ਜਾਣ ਲੱਗੇ 26 ਤਰੀਕ ਨੂੰ 1 ਸਾਲ ਹੋ ਜਾਣਾ ਸੀ। ਅੱਜ ਹੀ ਕਿਉਂ ਸਰ? ਸਵਾਲ ਸਾਰੇ ਹੀ ਪੁੱਛਦੇ ਪਏ ਨੇ, ਅੱਜ ਹੀ ਕਿਉਂ, ਗੁਰਪੁਰਬ ਤੇ ਹੀ ਕਿਉਂ? 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ। ਇਹ ਪਹਿਲਾਂ ਵੀ ਹੋ ਸਕਦਾ ਸੀ, ਜਦੋਂ ਇੱਥੋਂ ਕਿਸਾਨ ਗਏ ਸੀ 1-2 ਮਹੀਨੇ ਵਿੱਚ ਗੱਲਬਾਤ ਹੋ ਸਕਦੀ ਸੀ, ਇੰਨਾ ਲੰਮਾ ਸਮਾਂ ਕਿਉਂ? ਅਸਲ ਦੇ ਵਿੱਚ ਪਹਿਲਾਂ ਸਰਕਾਰ ਦਾ ਜਿਹੜਾ ਐਟੀਟਿਊਡ ਸੀ ਜਾਂ ਵਤੀਰਾ ਸੀ, ਉਹ ਪੁਰਾਣਾ ਹੀ ਚੱਲਿਆ ਆ ਰਿਹਾ। ਜਦੋਂ ਤੋਂ ਲੋਕ ਕਹਿੰਦੇ ਨੇ ਨਾ ਮੋਦੀ ਹੈ ਤਾਂ ਮੁਮਕਿਨ ਹੈ। ਮੁਮਕਿਨ ਦਾ ਮਤਲਬ ਉਹਨਾਂ ਨੇ ਆ ਕੇ ਨੋਟਬੰਦੀ ਕੀਤੀ, ਨੋਟਬੰਦੀ ਨਾਲ ਹਜ਼ਾਰਾਂ ਲੋਕਾਂ ਦਾ ਕਾਰੋਬਾਰ ਚਲਾ ਗਿਆ, ਬੇਰੁਜ਼ਗਾਰੀ ਹੋ ਗਈ, ਪਰ ਉਹਨਾਂ ਕੋਈ ਨਾ ਮਾਫੀ ਮੰਗੀ ਨਾ ਕਦੇ ਵਾਪਸ ਹੋਇਆ। ਉਹਦੇ ਤੋਂ ਬਾਅਦ ਕਿੰਨੇ ਹੀ ਕਾਨੂੰਨ ਹੋਰ ਬਦਲਤੇ, ਜਿਹੜੇ ਕਾਨੂੰਨਾਂ ਦੇ ਨਾਲ ਤੁਸੀਂ ਦੇਖਿਆ ਕਿ ਆ ਉਦੋਂ ਬਾਅਦ ਵੀ ਕਰੋਨਾ ਦੇ ਵਿੱਚ ਵੀ ਗੰਗਾ ਦੇ ਵਿੱਚ ਲਾਸ਼ਾਂ ਤੈਰਦੀਆਂ ਦੇਖੀਆਂ, ਇਲਾਜ ਨਹੀਂ ਮਿਲਿਆ, ਲੋਕਾਂ ਨੂੰ ਆਕਸੀਜਨ ਨਹੀਂ ਮਿਲੀ, ਪਰ ਕਦੇ ਸਰਕਾਰ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ ਕਿ ਸਾਡੇ ਤੋਂ ਕੋਈ ਗਲਤੀ ਹੋਈ ਆ ਜਾਂ ਇਹਨੂੰ ਦਰੁਸਤ ਕਰਨਾ ਹੈ। ਔਰ ਇਸੇ ਤਰੀਕੇ ਨਾਲ ਉਹਨਾਂ ਨੂੰ ਇਹ ਲੱਗਦਾ ਸੀ ਜਿਵੇਂ ਇੱਕ ਬੜਾ ਵੱਡਾ ਅੰਦੋਲਨ ਇਹ ਤੋਂ ਪਹਿਲਾਂ ਚੱਲ ਰਿਹਾ ਸੀ, ਇਸ ਅੰਦੋਲਨ ਤੋਂ, ਉਹ ਸੀ ਸ਼ਾਹੀਨ ਬਾਗ ਦਾ ਅੰਦੋਲਨ, ਜਿਹੜਾ ਨਾਗਰਿਕ ਸੋਧ ਬਿੱਲ ਦੇ ਖਿਲਾਫ ਚੱਲ ਰਿਹਾ ਸੀ। ਜਦੋਂ ਕਰੋਨਾ ਆ ਗਿਆ, ਕਰੋਨਾ ਦੀ ਆੜ 'ਚ ਉਹਨਾਂ ਨੇ ਉਹਨੂੰ ਉਠਾਤਾ। 101 ਦਿਨ ਚੱਲਿਆ ਉਹ ਅੰਦੋਲਨ, ਥੋੜਾ ਨਹੀਂ ਚੱਲਿਆ, 101 ਦਿਨ ਤੇ ਸ਼ਾਹੀਨ ਬਾਗ ਦੀਆਂ ਬੀਬੀਆਂ ਦੀ ਅਗਵਾਈ 'ਚ। ਉਦੋਂ ਬਾਅਦ ਇਹਨਾਂ ਨੇ ਇਸੇ ਕਰਕੇ ਆਰਡੀਨੈਂਸ ਵੀ ਕਰੋਨਾ 'ਚ ਲਿਆਂਦੇ 5 ਜੂਨ ਨੂੰ 2020 ਨੂੰ। ਉਦੋਂ ਕਰੋਨਾ ਚੱਲ ਰਿਹਾ ਸੀ, ਉਹਨਾਂ ਨੂੰ ਲੱਗਦਾ ਸੀ ਵੀ ਲੋਕ ਡਰ 'ਚ ਨੇ, ਸਹਿਮ 'ਚ ਨੇ, ਸਦਮੇ 'ਚ ਨੇ। ਇੱਕ ਨਿਓਮੀ ਕਲੇਨ ਪੱਤਰਕਾਰ ਦੀ ਕਿਤਾਬ ਹੈ ਨਾ, ਦਾ ਸ਼ੌਕ ਡਾਕਟਰਾਈਨ, ਸਦਮਾ ਸਿਧਾਂਤ, ਕਿ ਜਦ ਲੋਕ ਸਦਮੇ 'ਚ ਹੁੰਦੇ ਨੇ ਉਦੋਂ ਕੁਝ ਨਹੀਂ ਸੋਚਦੇ, ਨਾ ਕੋਈ ਵਿਰੋਧ ਕਰ ਸਕਦੇ ਨੇ। ਪਰ ਪੰਜਾਬ ਦੇ ਕਿਸਾਨਾਂ ਨੇ ਉਸ ਸਮੇਂ ਇੱਕ ਬਹੁਤ ਇਤਿਹਾਸਕ ਕੰਮ ਕੀਤਾ। ਵਿੱਚ ਹੀ ਕਰੋਨਾ ਵਿੱਚ ਹੀ ਉਹਨਾਂ ਨੂੰ ਇਹ ਲੱਗਿਆ ਕਿ ਕਰੋਨਾ ਜਿਹੜਾ ਹੈ ਉਦੋਂ ਵੀ ਵੱਡਾ ਖਤਰਾ ਸਾਡੇ ਲਈ ਇਹ ਕਾਨੂੰਨ ਨੇ। ਇਹ ਸਾਡੀ ਐਗਜ਼ਿਸਟੈਂਸ ਦਾ ਸਵਾਲ ਹੈ, ਹੋਂਦ ਦਾ ਸਵਾਲ ਹੈ। ਤੇ ਜੇ ਕਾਰਪੋਰੇਟ ਕੋਲ ਟੋਟਲ ਖੇਤੀ ਚਲੀ ਜਾਣੀ ਹੈ ਤਾਂ ਸਾਡੀ ਜ਼ਿੰਦਗੀ ਕਿਵੇਂ ਚੱਲੇਗੀ? ਉਸ ਨੂੰ ਧਿਆਨ ਦੇ ਵਿੱਚ ਰੱਖ ਕੇ ਅੰਦੋਲਨ ਲਗਾਤਾਰ ਕਰ ਦਿੱਤਾ ਗਿਆ, ਜਾਰੀ ਕਰ ਦਿੱਤਾ ਗਿਆ। ਉਹ ਸਾਰਾ ਅੰਦੋਲਨ ਜਦੋਂ ਚੱਲਦਾ ਗਿਆ ਤਾਂ ਸਰਕਾਰ ਨੇ ਕੀ ਸੋਚਿਆ ਵੀ ਐਵੇਂ ਹੀ ਬਹਿ ਜਾਣਗੇ 5 ਦਿਨ 7 ਦਿਨ 10 ਦਿਨ, ਥੱਕ ਜਾਣਗੇ, ਥੱਕ ਕੇ ਮੁੜ ਜਾਣਗੇ। ਪਹਿਲਾਂ ਪੰਜਾਬ ਰਹਿੰਦੇ ਵੀ 2-3 ਵਾਰ ਗੱਲਬਾਤ ਹੋਈ ਕੇਂਦਰ ਸਰਕਾਰ ਨਾਲ, ਪਰ ਉਹਨੇ ਕੋਈ ਗੱਲ ਸੁਣੀ ਨਹੀਂ ਬਹੁਤ ਜ਼ਿਆਦਾ। ਉਦੋਂ ਬਾਅਦ ਫਿਰ ਇਹ ਵੀ ਗੱਲ ਹੋਈ, ਉਸ ਤੋਂ ਬਾਅਦ ਵੀ ਜਦੋਂ ਦਿੱਲੀ ਚਲੇ ਗਏ, ਦਿੱਲੀ ਦੀਆਂ ਬਰੂਹਾਂ ਤੇ ਚਲੇ ਗਏ, ਤਾਂ ਉਦੋਂ ਵੀ ਲਗਭਗ ਟੋਟਲ 11-12 ਵਾਰ ਗੱਲਬਾਤ ਹੋ ਗਈ। 11 ਵਾਰ ਗੱਲਬਾਤ ਹੋਣ ਦੇ ਬਾਵਜੂਦ ਉਹ ਕਹਿੰਦੇ ਸੋਧ ਕਰਾ ਲਓ, ਰਿਪੀਲ ਨਾ ਕਰਾਓ, ਬਾਕੀ ਗੱਲਾਂ ਕਰਾ ਲਓ। ਤਾਂ ਕਿਸਾਨ ਲੀਡਰ ਹਮੇਸ਼ਾ ਹੀ ਇਹ ਕਹਿ ਰਹੇ ਸੀ ਕਿ ਜੇ ਇੰਨੀਆਂ ਸੋਧਾਂ ਹੋ ਜਾਣੀਆਂ ਨੇ, ਉਹਦੇ 'ਚ ਕੁਝ ਨਹੀਂ ਬਚਣਾ, ਤਾਂ ਰਿਪੀਲ ਕਿਉਂ? ਉਹ ਕਹਿੰਦੇ ਇੱਕ ਆਕੜ ਦਾ ਸਵਾਲ ਹੈ, ਜਿੱਦ ਹੈ, ਸਰਕਾਰ ਦੀ ਪ੍ਰੈਸਟੀ ਹੈ, ਤੇ ਸਰਕਾਰ ਦੀ ਜਿਹੜੀ ਇੱਕ ਰਿਟ ਹੈ, ਜੇਕਰ ਉਹ ਰਿਟ ਨਹੀਂ ਚੱਲਦੀ ਤਾਂ ਫਿਰ ਸਰਕਾਰ ਕਾਹਦੀ ਹੈ ਜੀ? ਲੋਕ ਇਹ ਕਹਿ ਰਹੇ ਸੀ। ਇਸੇ ਕਰਕੇ ਇਹ ਸਾਰਾ ਮਾਹੌਲ ਜਿਹੜਾ ਹੁਣ ਤੱਕ ਲਟਕਦਾ ਚਲਾ ਗਿਆ। ਉਹਨਾਂ ਨੂੰ ਆਇਆ ਸੀ ਵੀ ਚਲੋ ਹੌਲੀ ਹੌਲੀ ਥੱਕ ਜਾਣਗੇ, ਪੈਸੇ ਖਤਮ ਹੋ ਜਾਣਗੇ, ਬਾਕੀ ਦੀਆਂ ਚੀਜ਼ਾਂ ਇਸ ਤਰੀਕੇ ਦੇ ਨਾਲ ਹੋ ਜਾਣਗੀਆਂ। ਪਰ ਇਹ ਅੰਦੋਲਨ ਐਡਾ ਵੱਡਾ ਸਾਬਤ ਹੋਇਆ ਕਿਉਂਕਿ ਇਹਦਾ ਵਿਰਸਾ ਹੋਰ ਸੀ, ਇਹ ਕਿਸੇ ਹੋਰ ਵਿਰਸੇ 'ਚੋਂ ਆਇਆ ਸੀ, ਤੇ ਉਸ ਟਾਈਮ ਨਾਲ ਲੋਕਾਂ ਨੇ ਇਹਨੂੰ ਹੋਂਦ ਦਾ ਸਵਾਲ ਬਣਾ ਕੇ ਲੜਿਆ। ਇਸੇ ਕਰਕੇ ਇਹ ਅੰਦੋਲਨ ਹੁਣ ਤੱਕ ਦੇਰੀ ਹੋਈ ਹੈ। ਮੈਨੂੰ ਲੱਗਦਾ ਉਹਨਾਂ ਗਲਤ ਫਹਿਮੀਆਂ ਦੇ ਵਿੱਚੋਂ ਮੋਦੀ ਨੂੰ ਉਹਦੀ ਪਾਰਟੀ ਦੇ ਬੰਦਿਆਂ ਨੇ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਿਵੇਂ ਸਤਪਾਲ ਮਲਿਕ ਨੇ ਕਿਹਾ ਸੀ, ਜਿਹੜੇ ਗਵਰਨਰ ਨੇ ਮੇਘਾਲਿਆ ਦੇ, ਸਤਪਾਲ ਮਲਿਕ ਇਹ ਕਹਿੰਦੇ ਸੀਗੇ ਕਿ ਤੁਹਾਨੂੰ ਪਤਾ ਨਹੀਂ ਹੈ ਇਤਿਹਾਸ, ਇਹ ਇਤਿਹਾਸ ਪੜ੍ਹਦੇ ਨਹੀਂ ਤੁਸੀਂ, ਜੇ ਪੜ੍ਹਿਆ ਹੁੰਦਾ ਤਾਂ ਤੁਹਾਨੂੰ ਪਤਾ ਲੱਗਦਾ ਕਿ ਇਹ 300 ਸਾਲ ਸੰਘਰਸ਼ ਕੀਤਾ ਇਹਨਾਂ ਨੇ। ਤਾਂ ਇਹਨਾਂ ਨੇ ਮੁਗਲਾਂ ਨਾਲ ਸੰਘਰਸ਼ ਕੀਤਾ, ਇਹਨਾਂ ਨੇ ਵੱਖ-ਵੱਖ ਲੋਕਾਂ ਨਾਲ, ਅੰਗਰੇਜ਼ਾਂ ਦੇ ਵੇਲੇ ਵੀ ਵੱਧ ਸ਼ਹਾਦਤਾਂ ਸਾਡੇ ਮਾਮਲੇ ਸੀ। ਇਹ ਸਾਰਾ ਮਾਹੌਲ ਜਿੰਨਾ ਸਗੋਂ ਸਰਕਾਰ ਫਿਰ ਦੇਰੀ ਕਰਦੀ ਗਈ, ਤਿਵੇਂ ਪੰਜਾਬ ਤੋਂ ਸ਼ੁਰੂ ਹੋਇਆ ਅੰਦੋਲਨ ਹਰਿਆਣਾ, ਪੱਛਮੀ ਯੂਪੀ, ਹੋਰ ਬਾਕੀ ਸੂਬਿਆਂ 'ਚ ਫੈਲਦਾ ਹੀ ਗਿਆ। ਉਹ ਕਹਿੰਦੇ ਰਹੇ ਥੋੜ੍ਹੇ ਜਿਹੇ ਬੰਦਿਆਂ ਦਾ, ਤੇ ਇਹਨੂੰ ਖੰਡਾਉਣ ਦੀ ਕੋਸ਼ਿਸ਼ ਇੱਕ ਤਾਂ ਇਹ ਕਹਿ ਕੇ ਕਿ ਸਿੱਖਾਂ ਦਾ ਅੰਦੋਲਨ ਹੈ ਇਕੱਲਾ, ਫਿਰ ਇਕੱਲੇ ਪੰਜਾਬੀਆਂ ਦਾ ਅੰਦੋਲਨ ਹੈ। ਦੂਜਾ ਇਹ ਕਹਿ ਕੇ ਖਾਲਿਸਤਾਨੀਆਂ ਦਾ, ਮਾਓਵਾਦੀਆਂ ਦਾ, ਜਾਂ ਬਾਕੀ ਦੇ ਜਿੰਨੇ ਵੀ ਐਲੀਗੇਸ਼ਨ ਇਲਜ਼ਾਮ ਲਾਏ ਗਏ ਕਿ ਟੁੱਟ ਜੇ। ਪਰ ਅੰਦੋਲਨ ਆਪਣੇ ਸਾਬਤ ਕਦਮੀ ਅੱਗੇ ਚੱਲਦਾ ਰਿਹਾ ਕਿਉਂਕਿ ਇੱਕ ਇਤਿਹਾਸਕ ਤੇ ਇੱਕ ਵੱਖਰੀ ਤਰ੍ਹਾਂ ਦਾ ਅੰਦੋਲਨ ਸੀ। ਅੱਛਾ ਸਰ, ਅੱਜ ਹੀ ਕਿਉਂ? ਸਵਾਲ ਹੁਣ ਸਾਰੇ ਕਰਦੇ ਨੇ ਵੀ ਕੋਈ ਬੋਲਣ ਵਾਲੇ ਬੋਲ ਵੀ ਦੇ ਨੇ ਵੀ ਅੱਜ ਹੀ ਕਿਉਂ ਹੋਏ? ਗੁਰੂ ਨਾਨਕ ਦੇਵ ਜੀ ਦਾ ਅੱਜ ਗੁਰਪੁਰਬ ਹੈਗਾ ਸੀ, ਪ੍ਰਕਾਸ਼ ਉਤਸਵ ਹੈਗਾ ਸੀ,
ਅੱਜ ਹੀ ਕਿਉਂ ਹੋਏ ਨੇ? ਇਸ ਉੱਪਰ ਵੀ ਕੋਈ ਕਹਿ ਰਿਹਾ ਵੀ ਪਹਿਲਾਂ ਵੀ ਹੋ ਜਾਣੇ ਚਾਹੀਦੇ ਸੀ, 700 ਤੋਂ ਉੱਪਰ ਸ਼ਹਾਦਤਾਂ ਹੋ ਗਈਆਂ ਕਿਸਾਨਾਂ ਦੀਆਂ, ਉਸ ਸਮੇਂ ਸੋਚਣਾ ਚਾਹੀਦਾ ਸੀ, ਪਰ ਅੱਜ ਖਾਸ ਦਿਨ ਵਿੱਚ ਹੀ ਕਿਉਂ? ਨਹੀਂ, ਖਾਸ ਦੇ ਕਈ ਕਾਰਨ ਨੇ। ਮਤਲਬ ਇੱਕ ਕਾਰਨ ਤਾਂ ਇਹ ਹੈ ਵੱਡਾ, ਜਿਹੜਾ ਕਾਰਨ ਕਿ ਜਿਹੜਾ ਅੰਦੋਲਨ ਨੇ ਇੱਕ ਫੈਸਲਾ ਲਿਆ ਸੀ ਕਿ ਵੈਸੇ ਨਹੀਂ ਗੱਲ ਸੁਣ ਰਹੇ, ਇਹ ਸਿਆਸਤ 'ਚੋਂ ਗੱਲ ਸੁਣਦੇ ਨੇ, ਵੋਟ ਦੀ ਚੋਟ। ਜਦੋਂ ਪੱਛਮੀ ਬੰਗਾਲ ਤੇ 5 ਰਾਜਾਂ ਦੀਆਂ ਚੋਣਾਂ ਸੀ, ਉਦੋਂ ਪਹਿਲਾ ਸੱਦਾ ਦਿੱਤਾ ਸੀ ਕਿ ਇਹਨੂੰ ਬੀਜੇਪੀ ਨੂੰ ਹਰਾਓ, ਬਾਕੀ ਜਿਹਨੂੰ ਮਰਜ਼ੀ ਜਿਤਾ ਦਿਓ। ਤੇ ਹੁਣ ਕਿਉਂਕਿ 5 ਰਾਜਾਂ ਦੀਆਂ ਚੋਣਾਂ ਆ ਰਹੀਆਂ ਨੇ, ਯੂਪੀਓ 'ਚ ਸਭ ਤੋਂ ਬੜਾ ਕੁਐਸਚਨ ਹੈ। ਯੂਪੀ ਦੇ ਰਾਹੀਂ ਕਹਿੰਦੇ ਪ੍ਰਧਾਨ ਮੰਤਰੀ ਦੀ ਗੱਦੀ ਤੱਕ ਰਸਤਾ ਜਾਂਦਾ ਹੈ, ਤੇ ਜੇ ਯੂਪੀ ਹਾਰ ਜਾਂਦੀ ਹੈ, ਕਿਉਂਕਿ ਯੂਪੀ ਬੀਜੇਪੀ ਨੇ ਕਬਜ਼ੇ 'ਚ ਕਿਵੇਂ ਕੀਤੀ ਸੀ? ਮੁਜ਼ੱਫਰਨਗਰ ਦੰਗਿਆਂ ਤੋਂ ਬਾਅਦ, ਦੰਗੇ ਹੋਣ ਤੋਂ ਜਦੋਂ ਮੁਸਲਿਮ ਹਿੰਦੂ ਆਪਸ ਦੇ ਵਿੱਚ ਟਕਰਾਅ 'ਚ ਆ ਗਏ ਤਾਂ ਹਿੰਦੂ ਸੈਂਟੀਮੈਂਟ ਜਜ਼ਬਾਤ ਭੜਕ ਗਿਆ ਤੇ ਉਹਦੇ ਨਾਲ ਬੀਜੇਪੀ ਦੀ ਇੰਨੀਆਂ ਸੀਟਾਂ ਜਿੱਤ ਪਾਈ। ਇਸ ਅੰਦੋਲਨ ਨੇ ਕੀ ਕੀਤਾ? ਇਸ ਅੰਦੋਲਨ ਦੀ ਜਿਹੜੀ ਮੁਜ਼ੱਫਰਨਗਰ ਪੰਚਾਇਤ ਸੀ, ਜੇ ਤੁਸੀਂ ਦੇਖਿਆ ਹੋਣਾ, ਇਹਨੇ ਫੈਸਲਾ ਇਹ ਕੀਤਾ ਕਿ ਕਿੱਤੇ ਦਾ ਅੰਦੋਲਨ ਹੈ, ਇਹ ਕਿਸੇ ਧਰਮ ਦਾ ਨਹੀਂ, ਕਿਸੇ ਜਾਤ ਦਾ ਨਹੀਂ, ਕਿਸੇ ਏਰੀਏ ਦਾ ਨਹੀਂ, ਕਿੱਤਾ ਐਜ ਏ ਕਿਸਾਨੀ। ਤੇ ਉਹ ਮੁਸਲਿਮ ਘਰਾਂ 'ਚ ਜਾ ਕੇ ਵੀ ਜਿਹੜੇ ਟਕੈਤ ਉਹਨਾਂ ਦਾ ਗਰੁੱਪ ਆ, ਉਹਨਾਂ ਨੇ ਮਾਫੀਆਂ ਵੀ ਮੰਗੀਆਂ, ਉਹਨਾਂ ਨੂੰ ਨੇੜੇ ਲਾਇਆ। ਮੁਜ਼ੱਫਰਨਗਰ ਮਹਾਪੰਚਾਇਤ 'ਚ ਇੱਕ ਨਾਅਰਾ ਦਿੱਤਾ। ਨਾਅਰਾ ਕੀ ਸੀ? ਜੇ ਤੋੜेंगे ਹਮ ਜੋੜेंगे। ਇਹ ਟੋਟਲੀ ਐਂਟੀ ਬੀਜੇਪੀ ਦੀ ਪਾਲਿਸੀ ਸੀ ਸਾਰੇ। ਇਦੋਂ ਬਾਅਦ ਕਿਹਾ ਜਾਂਦਾ ਕਿ ਉਹਨਾਂ ਨੇ ਸਰਵੇ ਕਰਾਏ ਤੇ ਦੇਖਿਆ ਆਲੇ ਦਾਲੇ ਬਹੁਤ ਵੱਡਾ ਪੋਲੀਟੀਕਲ ਨੁਕਸਾਨ ਹੋਣ ਜਾ ਰਿਹਾ ਬੀਜੇਪੀ ਨੂੰ, ਔਰ ਉਹ ਨੁਕਸਾਨ ਜੇਕਰ ਚੱਲਦੀ ਹੈ ਤਾਂ ਸੱਤਾ ਖੋਈ ਜਾਂਦੀ ਹੈ। ਤੁਹਾਡੇ ਯਾਦ ਹੋਣਾ ਜਦੋਂ ਮਤਵਾਜੀ ਸੰਸਦ ਲਾਈ ਕਿਸਾਨਾਂ ਨੇ, ਉਦੋਂ 2 ਨਾਅਰੇ ਹੋਰ ਦਿੱਤੇ ਸੀ। ਉਹ ਨਾਅਰੇ ਕੀ ਸੀ? ਨੰਬਰ 1, ਮੋਦੀ ਗੱਦੀ ਛੱਡੋ, ਕਾਰਪੋਰੇਟੋ ਭਾਰਤ ਛੱਡੋ। ਮਤਲਬ ਕੀ ਸੀ? ਬਾਰ-ਬਾਰ ਕਿਸਾਨ ਲੀਡਰ ਵਿੱਚ 24 ਤੱਕ ਜਾਣਾ ਪਵੇ, ਅਸੀਂ 24 ਤੱਕ ਵੀ ਚੱਲਾਂਗੇ, ਪਹਿਲਾਂ ਯੂਪੀ ਖੋਈ ਜਾਏਗੀ ਤੇ ਉਸ ਤੋਂ ਬਾਅਦ 24 'ਚ ਰਿਪਲੇਸ ਹੋ ਜਾਏਗਾ। ਮੈਨੂੰ ਇਹ ਲੱਗਦਾ ਕਿ 2 ਗੱਲਾਂ ਬਹੁਤ ਵੱਡੀਆਂ ਹੋਈਆਂ ਨੇ ਜਿਹਦੇ ਕਰਕੇ ਸਿਆਸਤ ਦਾ ਦਬਾਅ ਸੀ। ਜੇ ਆਹ ਹੁਣ ਨਾ ਕਰਦੇ, ਔਰ ਇਹ ਮੌਕਾ ਚੁਣਨਾ ਸੀ, ਜੇ ਇਹਦੇ ਤੋਂ ਬਿਨਾਂ ਮੌਕੇ ਲੰਘ ਜਾਂਦੇ। ਕਿਹਾ ਜਾਂਦਾ ਜੇ ਲਖੀਮਪੁਰ ਨਾ ਹੁੰਦਾ, ਲਖੀਮਪੁਰ ਕਾਂਡ ਦੇ ਵਿੱਚ ਕਿੱਡਾ ਵੱਡਾ ਮਤਲਬ ਕਤਲੇਆਮ ਹੋਇਆ ਇੱਕ ਟਾਈਪ ਦਾ, ਤੇ ਜੇ ਲਖੀਮਪੁਰ ਨਾ ਹੁੰਦਾ ਸ਼ਾਇਦ ਦੀਵਾਲੀ ਨੂੰ ਵਰਤ ਲੈਂਦਾ ਮੋਦੀ ਵੱਡੇ ਤਿਉਹਾਰ ਦੇ ਵਿੱਚ। ਹੁਣ ਕਿਉਂਕਿ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਸੀ, ਉਹਨੂੰ ਇਹ ਵੀ ਲੱਗਦਾ ਸੀ, ਜਿਹੜਾ ਮੈਨੂੰ ਲੱਗਦਾ ਮਲਕ ਦੀਆਂ ਗੱਲਾਂ ਦਾ ਅਸਰ ਵੀ ਹੋਇਆ ਮੋਦੀ ਤੇ ਲੱਗਦਾ ਕਿ ਫਿਰ ਰਿਵੈਂਜ ਪੈ ਜਾਂਦਾ, ਹਮਲਾ ਹੋ ਜਾਂਦਾ ਹੈ ਹਿਸਟੋਰੀਕਲੀ। ਤੇ ਜੇ ਇਹਨਾਂ ਨੂੰ ਬਿਨਾਂ ਕੁਛ ਦਿੱਤੇ ਤੋਰਤਾ ਜਾਂ ਵਾਪਸ ਚਲੇ ਗਏ ਤਾਂ ਇਤਿਹਾਸ ਪੜ੍ਹੋ ਕਿ ਇਹ ਫਿਰ ਇੰਡੀਵਿਜੂਅਲ ਵੀ ਨੁਕਸਾਨ ਤੱਕ ਕਿੰਨਾ ਤੱਕ ਚਲੇ ਜਾਂਦੇ। ਅੱਜ ਦਾ ਸਰ ਉਹ ਵੀ ਇੱਕ ਬੜਾ ਵੱਡਾ ਕਾਰਨ ਹੋ ਸਕਦਾ ਹੈ ਮੇਰੇ ਖਿਆਲ ਹੈ ਵੀ ਅੱਜ ਦਾ ਦਿਨ ਚੁਣਿਆ ਗਿਆ ਕਿ ਗੁਰਪੁਰਬ ਦਾ ਦਿਨ ਚੁਣਿਆ ਗਿਆ। ਅੱਛਾ, ਯੋਗੀ ਸਾਹਿਬ ਵੀ ਤਾਂ ਮੈਂ ਹੁਣ ਭਾਸ਼ਣ ਦੇਖ ਰਿਹਾ ਸੀ ਯੋਗੀ ਸਾਹਿਬ ਦਾ, ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਗੱਲਾਂ ਕਰਕੇ ਲੋਕਾਂ ਨੂੰ ਦੱਸ ਰਹੇ ਸੀ ਵੀ ਕਿਸ ਤਰੀਕੇ ਨਾਲ ਸਿੱਖਾਂ ਦੇ ਪਹਿਲਾਂ ਜੋ ਗੁਰੂ ਸਨ, ਕਿਸ ਤਰੀਕੇ ਨਾਲ ਪੂਰੀ ਦੁਨੀਆ ਦੇ ਵਿੱਚ ਜਾ ਕੇ ਉਹਨਾਂ ਨੇ ਇੱਕ ਫਲਸਫਾ ਜੋ ਕੀਤਾ ਸੀ ਇਨਸਾਨ ਨੂੰ ਇਨਸਾਨ ਨਾਲ ਜੋੜਨ ਦਾ, ਜਾਤ ਪਾਤ ਉੱਪਰ ਉੱਠ ਕੇ। ਅੱਜ ਚਰਚਾ ਚੱਲਦੀ ਵੀ ਯੋਗੀ ਸਾਹਿਬ ਖੁਦ ਭਾਸ਼ਣ ਦੇ ਰਹੇ ਨੇ ਕਿ ਵਾਕਈ ਡਰ ਹੈਗਾ ਸੀ, ਜਿਵੇਂ ਬੰਗਾਲ ਖੋਇਆ ਗਿਆ ਇਹਨਾਂ ਕੋਲੋਂ, ਯੂਪੀ ਵੀ ਖੋਈ ਜਾਣੀ ਹੈ ਜੇ ਅੰਦੋਲਨ ਲੰਬਾ ਚਲਾ ਗਿਆ। ਇਹ ਡਰਦੇ ਕਦੇ ਨਹੀਂ ਵਾਪਸ ਹੋਏ ਨੇ? ਨਹੀਂ, ਬਿਲਕੁਲ ਹੋਰ ਕੋਈ ਕਾਰਨ ਹੀ ਨਹੀਂ। ਤੁਸੀਂ ਦੇਖੋ ਕਿ ਅਪਰੋਚ ਦੇ ਤੌਰ ਤੇ ਤਾਂ ਅੱਜ ਵੀ ਨਰਿੰਦਰ ਮੋਦੀ ਨੇ ਜੋ ਭਾਸ਼ਣ ਦਿੱਤਾ ਹੈ, ਭਾਸ਼ਣ ਇਹ ਦਿੱਤਾ ਹੈ ਕਿ ਇਹ ਬਿੱਲ ਬਿਲਕੁਲ ਠੀਕ ਸੀ, ਕਾਨੂੰਨ ਠੀਕ ਸੀ, ਅਸੀਂ ਇਹਨਾਂ ਦੀ ਮਤਲਬ ਕਿਸਾਨਾਂ ਦੇ ਭਲਾ ਕਰਨਾ ਚਾਹੁੰਦੇ ਸੀ। ਕਰੋੜਾਂ ਕਿਸਾਨਾਂ ਨੇ ਇਹਦੇ ਪੱਖ ਦੇ ਵਿੱਚ ਵੀ ਸੀ, ਪਰ ਇੱਕ ਗਰੁੱਪ ਨੂੰ ਸਾਡੀ ਤਪੱਸਿਆ 'ਚ ਕੋਈ ਕਮੀ ਰਹੀ ਹੋਣੀ ਹੈ, ਅਸੀਂ ਸਹਿਮਤ ਕਰਾਉਣ 'ਚ ਕਾਮਯਾਬ ਨਹੀਂ ਹੋਏ। ਉਹ ਅਜੇ ਪਾਲਿਸੀ ਤੋਂ ਨਹੀਂ ਹਿੱਲਿਆ, ਪਾਲਿਸੀ ਉਹਦੀ ਉਹੀ ਹੈ, ਪਰ ਇਹਦਾ ਸਿੱਧਾ ਦਬਾਅ ਹੈ, ਚੋਣਾਂ ਦਾ ਦਬਾਅ ਹੈ, ਜਿਹੜੇ ਦਬਾਅ ਦੇ ਵਿੱਚ ਉਹਨੂੰ ਪਿੱਛੇ ਹਟਣਾ ਪਿਆ, ਉਸ ਪਾਸੇ ਵੱਲ ਆਉਣਾ ਪਿਆ। ਜੇ ਅੱਜ ਗੁਰੂ ਨਾਨਕ ਸਾਹਿਬ ਤੇ ਉਹ ਜੋਗੀ ਭਾਸ਼ਣ ਦੇ ਜਾਂ ਮੋਦੀ, ਉਹ ਅਲੱਗ ਗੱਲ ਹੈ, ਪਰ ਉਹਦੀ ਪਾਲਿਸੀ ਜਿਹੜੀ ਹੈ ਉਹ ਟੋਟਲੀ ਟਕਰਾਮੀ ਹੈ। ਜੇ ਇਹ ਅੰਦੋਲਨ ਜਿਹੜਾ ਚੱਲਿਆ, ਇਹ ਅੰਦੋਲਨ ਅਸਲ 'ਚ ਗੁਰੂ ਨਾਨਕ ਸਾਹਿਬ ਦੇ ਸਾਂਝੀ ਵਾਲਤਾ ਦੇ ਸਿਧਾਂਤ ਤੇ ਚੱਲਿਆ, ਇਹ ਮੁਹੱਬਤ ਦੇ ਸਿਧਾਂਤ ਤੇ ਚੱਲਿਆ। ਇਹ ਵੰਡ ਪਾਊ ਸਿਆਸਤ ਦੇ ਮੁਕਾਬਲੇ ਸਾਂਝੀ ਵਾਲਤਾ ਦਾ ਸੱਦਾ ਦਿੱਤਾ। ਇਹਨਾਂ ਨੇ ਪਿੰਡਾਂ 'ਚ ਧੜੇਬੰਦੀਆਂ ਖਤਮ ਕੀਤੀਆਂ, ਇਕਜੁੱਟਤਾ ਪ੍ਰਗਟ ਕੀਤੀ, ਤੇ ਇਹਨੇ ਨਫ਼ਰਤ ਦੇ ਮੁਕਾਬਲੇ ਮੁਹੱਬਤ ਦਾ ਸੰਦੇਸ਼ ਦਿੱਤਾ। ਤੇ ਉਹ ਸਾਰਾ ਇਸੇ ਕਰਕੇ ਦਾ ਕਾਟ ਕੋਈ ਨਹੀਂ ਸੀ ਸਰਕਾਰ ਕੋਲ। ਜੋ ਮਰਜ਼ੀ ਤੁਸੀਂ ਦੇਖੋ ਕਿ ਸਰਕਾਰ ਨੇ ਕੀ ਕੀਤਾ ਸ਼ੁਰੂ ਤੋਂ, ਇੱਥੇ GT ਰੋਡ ਪੱਟਤੀ, ਅੱਗੇ ਕਿੱਲਾਂ ਲਾਤੀਆਂ, ਕਿੰਨਾ ਅਥਰੂ ਗੈਸ ਦੇ ਗੋਲੇ, ਯਾਦ ਰੱਖਿਆ ਜਾਏਗਾ ਸਭ ਕੁਝ, ਜ਼ਿਆਦਾ ਸਾਰੀਆਂ ਗੱਲਾਂ ਯਾਦ ਹੋਣਗੀਆਂ ਲੋਕਾਂ ਨੂੰ, ਔਰ ਬਾਰ-ਬਾਰ ਆਉਣਗੀਆਂ ਬਲਕਿ। ਔਰ ਜਦੋਂ ਬਾਰ-ਬਾਰ ਯਾਦ ਰਹਿਣਗੀਆਂ ਉਹਦੇ ਬਾਵਜੂਦ, ਤੇ ਨਵਾਂ ਸਗੋਂ ਬੰਦਾ ਇਹ ਕਰਦਾ ਇੱਕ ਗੁਰੂ ਨਾਨਕ ਦੇ ਸਿਧਾਂਤ ਦੇ ਮੁਤਾਬਕ ਇਹ ਕਿਵੇਂ ਚੱਲਿਆ ਅੰਦੋਲਨ। ਅੰਦਰ ਵੀ ਫੁੱਟ ਪਾਉਣ ਦੀ ਬਹੁਤ ਕੋਸ਼ਿਸ਼ ਹੋਈ ਹੈ, ਕੋਈ ਕਿਸੇ ਘਾਰੇ ਕੋਈ ਕਿਸੇ ਸਾਰੇ, ਕਦੇ ਇਹਨੂੰ ਖੱਬੇ ਪੱਖੀ ਤੇ ਪੰਥਕ ਦੇ ਦਰਮਿਆਨ ਸਿੱਖ ਕਾਮਰੇਡ ਬਣਾਉਂਦੇ ਨੇ, ਸਿੱਖ ਤੇ ਕਾਮਰੇਡ ਬਣਾ ਦਿਓ, ਜਾਂ ਨੌਜਵਾਨ ਵਰਸਜ ਬੁੱਢੇ ਬਣਾ ਦਿਓ, ਜਾਂ ਅਲੱਗ-ਅਲੱਗ ਤਰ੍ਹਾਂ ਦੀਆਂ ਮਤਲਬ ਬਹੁਤ ਕੋਸ਼ਿਸ਼ਾਂ ਹੋਈਆਂ। ਇਹ ਕਿਉਂ ਚੱਲ ਪਿਆ ਅੰਦੋਲਨ? ਇੱਕ ਤਾਂ ਇਹਦੇ 'ਚ ਦੇਖੋ
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਹੈ? ਗੁਰੂ ਨਾਨਕ ਸਾਹਿਬ ਨੇ ਕੀ ਕੀਤਾ ਕਿ ਵੱਖ-ਵੱਖ ਪੀਰਾਂ ਫਕੀਰਾਂ ਪੈਗੰਬਰਾਂ ਦੀ ਬਾਣੀ ਲਿਆ ਕੇ ਸਾਂਝੇ ਸਾਡੇ ਕੋਲ ਇੱਕ ਗੁਲਦਸਤੇ ਦੀ ਤਰ੍ਹਾਂ ਹੈ। ਉਹ ਗੁਲਦਸਤਾ ਸਾਨੂੰ ਦੱਸਦਾ ਕਿ ਸਾਰੇ ਲੋਕਾਂ ਨੂੰ ਨਾਲ ਲੈ ਕੇ ਚੱਲਿਆ ਜਾ ਸਕਦਾ ਔਰ ਨਾਲ ਲੈ ਕੇ ਚੱਲਣਾ ਚਾਹੀਦਾ। ਕਿਸਾਨਾਂ ਦੀਆਂ ਪਹਿਲਾਂ 32 ਜਥੇਬੰਦੀਆਂ ਇਕੱਠੀਆਂ ਹੋਈਆਂ, ਕਿਸੇ ਦੀ ਵਿਚਾਰਧਾਰਾ ਨਹੀਂ ਮਿਲਦੀ, ਕਿਸੇ ਦੀ ਕੋਈ ਵਿਚਾਰਧਾਰਾ, ਕਿਸੇ ਦੀ ਕੋਈ ਵਿਚਾਰਧਾਰਾ, ਇਹਦੇ ਬਾਵਜੂਦ ਉਹ 32 ਦਾ ਇਕੱਠੇ ਹੋਣਾ ਤੇ ਇਕੱਠਾ ਰਹਿਣਾ, ਇਹ ਕ੍ਰਿਸ਼ਮੇ ਵਰਗੀਆਂ ਗੱਲਾਂ ਦੱਸਦੀਆਂ ਨੇ ਨਾ ਪੂਰੇ ਸੈਟਅਪ ਦੇ ਵਿੱਚ। ਉਦੋਂ ਬਾਅਦ ਫੇਰ ਕੀ ਹੋਇਆ? ਉਹ 32 ਦਾ 1 ਸਾਲ ਭਰ ਸਹਿਮਤੀ ਨਾਲ ਫੈਸਲੇ ਕਰਨਾ, ਜੇ ਕੋਈ ਮਾੜੀ ਕਿਸੇ ਤੋਂ ਗਲਤੀ ਹੋ ਗਈ ਗਲਤੀ ਦੀ ਸਜ਼ਾ ਵੀ ਦੇ ਦੇਣੀ ਹੈ ਸਸਪੈਂਡ ਕਰਕੇ, ਤੇ ਫੇਰ ਅੰਦਰ ਹੈ। ਪਰ ਉਹਦੇ ਤੇ ਦਬਦਬਾ ਕਿਹਦਾ ਸੀ? ਉਹ ਸੰਗਤ ਦਾ ਸੀ, ਪਿੱਛੇ ਲੋਕਾਂ ਦਾ ਸੀ। ਮੋਰਚੇ ਦੇ ਆਗੂਆਂ ਨੂੰ ਵੀ ਇਹ ਪਤਾ ਸੀ ਕਿ ਲੋਕ ਮੋਰਚੇ ਦੇ ਨਾਲ ਨੇ, ਕਿਸੇ ਇਕੱਲੇ ਆਗੂ ਦੇ ਨਾਲ ਨਹੀਂ ਹੈ। ਜਿਹੜਾ ਵੀ ਮੋਰਚੇ ਦੇ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰੂ, ਜਿਹੜਾ ਮੋਰਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰੂ, ਉਹ ਸਾਈਡਲਾਈਨ ਕਰ ਦਿੱਤਾ ਜਾਏਗਾ। ਸਾਡੇ ਸਾਹਮਣੇ ਕਿੰਨੀ ਹਸਤੀਆਂ ਨੇ ਜਿਨ੍ਹਾਂ ਨੂੰ ਐਂ ਦੱਸਦੇ ਵੀ ਲੋਕ ਇਹਦੇ ਨਾਲ ਨੇ, ਲੋਕ ਉਹਦੇ ਨਾਲ ਨੇ, ਉਹ ਦਿਖਾਈ ਦਿੰਦੇ ਨੇ ਕਿਤੇ 1 ਸਾਲ ਦੇ ਵਿੱਚ ਕਿਉਂਕਿ ਇਹਦੇ 'ਚ ਲੋਕਾਂ ਦਾ ਸਭ ਕੁਝ ਲੱਗਿਆ ਹੋਇਆ ਸੀ। ਜਦੋਂ ਹੋਂਦ ਦਾ ਅੰਦੋਲਨ ਹੁੰਦਾ ਹੈ ਉਦੋਂ ਲੋਕ ਜਾਨਾਂ ਕੁਰਬਾਨ ਕਰਦੇ ਨੇ, ਉਦੋਂ ਲੋਕ ਊਰਜਾ ਲਾਉਂਦੇ ਨੇ, ਉਦੋਂ ਲੋਕ ਪੈਸਾ ਲਾਉਂਦੇ ਨੇ। ਪੂਰੀ ਦੁਨੀਆ ਦੇ ਵਿੱਚ ਲੋਕਾਂ ਦਾ ਇਹਦੇ 'ਚ। ਅੱਛਾ ਸਰ, ਹੁਣ 5 ਸਟੇਟਾਂ ਵਿੱਚ ਉਹਨੇ ਚੋਣਾਂ ਨੇ। ਹੁਣ ਇਹ ਸਵਾਲ ਸਭ ਤੋਂ ਵੱਡਾ ਹੈ ਕਿ ਵਾਕਈ ਜੇ ਅੰਦੋਲਨ ਚੱਲਦਾ ਰਹਿੰਦਾ, 5 ਸਟੇਟਾਂ ਦੇ ਵਿੱਚ ਕਿਸਾਨ ਜਾਂਦੇ, ਜਾ ਕੇ ਉਹੀ ਵੋਟ ਦੀ ਚੋਟ, ਬੀਜੇਪੀ ਨੂੰ ਵੋਟ ਨਾ ਪਾਓ, ਬਾਕੀ ਜਿਹਨੂੰ ਮਰਜ਼ੀ ਪਾ ਦਿਓ, ਜੇ ਇਹ ਕਿਸਾਨ 5 ਸਟੇਟਾਂ ਵਿੱਚ ਜਾ ਕੇ ਕਰ ਦਿੰਦੇ, ਲੱਗਦਾ ਸੀ ਕਿ ਸੱਤਾ ਪਲਟੀ ਜਾ ਸਕਦੀ ਸੀ ਮੋਦੀ ਦੀ। ਇੱਕ ਤਾਂ ਇਹ ਡਰ ਸੀ। ਉਹ ਦੂਸਰਾ ਅਹਿਮ ਸਵਾਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਜਿਸ ਤਰੀਕੇ ਨਾਲ ਹੁਣ ਕਿਸਾਨ ਆਗੂ ਕਹਿ ਨੇ ਵੀ ਅਸੀਂ ਜਾਣਾ ਨਹੀਂ ਜਦ ਤੱਕ ਰਾਸ਼ਟਰਪਤੀ ਸਾਈਨ ਨਹੀਂ ਕਰਕੇ ਦਿੰਦਾ। ਸੰਸਦ ਵਿੱਚ ਕਾਨੂੰਨ ਬਣੇ ਸੀ, ਪਾਰਲੀਮੈਂਟ ਵਿੱਚ, ਉੱਥੇ ਹੀ ਸਸਪੈਂਡ ਹੋਣਗੇ, ਅਸੀਂ ਇੱਥੋਂ ਹਿਲਣਾ ਵੀ ਨਹੀਂ। ਹੋ 29 ਤਰੀਕ ਨੂੰ ਸੈਸ਼ਨ ਵੀ ਸ਼ੁਰੂ ਨੇ। ਨਹੀਂ, ਬਿਲਕੁਲ ਇੱਕ ਗੱਲ ਤਾਂ ਦੇਖੋ ਇਹ ਹੈ ਕਿ ਬਿਲਕੁਲ ਪੋਲਿਟਿਕਸ ਦੇ ਕਰਕੇ, ਉਹ ਪੋਲੀਟੀਕਲ ਹਾਰ ਦੇ ਕਰਕੇ ਨਰਿੰਦਰ ਮੋਦੀ ਬਣ। ਜੇ ਜਾਂ ਤਾਂ ਤੁਸੀਂ ਇਹ ਕਹਿੰਦੇ ਕਿ ਮੈਂ ਮਾਫੀ ਇਸ ਗੱਲ ਦੀ ਮੰਗਦਾ ਕਿ ਇਹ ਗੱਲ ਗਲਤ ਹੈ, ਤੁਸੀਂ ਜੇ ਕਹਿੰਦੇ ਹੋ ਤੁਹਾਡੀ ਗੱਲ ਠੀਕ ਹੈ, ਉਹ ਇਹ ਨਹੀਂ ਕਹਿ ਰਹੇ। ਉਹ ਕਹਿੰਦੇ ਗੱਲ ਤਾਂ ਮੇਰੀ ਉਹ ਠੀਕ ਹੈ, ਪਰ ਮੈਂ ਸਮਝਾਉਣ 'ਚ ਕਾਮਯਾਬ ਨਹੀਂ ਹੋਇਆ। ਇਹ ਗੱਲ ਦੇ ਬਹੁਤ ਡੂੰਘੇ ਅਰਥ ਨੇ ਤੇ ਬਹੁਤ ਬੜੇ ਅਰਥ ਨੇ, ਤੇ ਕਿ ਤੁਸੀਂ ਪ੍ਰੈਸ਼ਰ ਹੇਠ ਹੀ ਮੰਨ ਰਹੇ ਹੋ, ਵੈਸੇ ਨਹੀਂ ਮੰਨ ਰਹੇ। ਦੂਜੀ ਗੱਲ ਇਹ ਹੈ ਕਿ ਜਿਹੜਾ ਇਹ ਇਸ਼ੂ ਹੈ ਕਿ ਹੁਣ ਸੰਯੁਕਤ ਮੋਰਚਾ ਕੀ ਸਟੈਂਡ ਲਵੇ। ਸੰਯੁਕਤ ਮੋਰਚੇ ਨੇ ਅੱਜ ਵੀ ਜਿਹੜਾ ਸੰਖੇਪ ਬਿਆਨ ਦਿੱਤਾ ਹੈ ਕਿ ਉਹਨਾਂ ਕਿਹਾ ਕਿ ਇਹਦਾ ਅਸੀਂ ਸਵਾਗਤ ਕਰਦੇ ਹਾਂ ਜੋ ਪ੍ਰਧਾਨ ਮੰਤਰੀ ਨੇ ਬੋਲਿਆ, ਪਰ ਅਜੇ ਇਹ ਪਾਰਲੀਮੈਂਟ ਦੀ ਪ੍ਰਕਿਰਿਆ 'ਚੋਂ ਹੋ ਕੇ ਕੰਪਲੀਟ ਹੋਣਾ ਹੈ। ਇੱਕ ਉਹ ਤਰੀਕਾ। ਦੂਜਾ ਤਰੀਕਾ ਅਜੇ ਇਹ ਕਿ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਹੈ ਫਸਲਾਂ ਦੀ ਖਰੀਦ ਦੀ ਕਾਨੂੰਨੀ ਗਰੰਟੀ, ਉਹਦੇ ਬਾਰੇ ਵੀ ਗੱਲ ਰਹਿੰਦੀ ਹੈ ਜੇ ਉਹ ਵੀ ਕਰਨੀ ਹੈ। ਤੀਜੀ ਗੱਲ ਇਹ ਹੈ ਕਿ ਜਿਹੜਾ ਬਿਜਲੀ ਕਾਨੂੰਨ ਹੈ 2020, ਉਹ ਵਾਪਸੀ ਬਾਰੇ ਵੀ ਅਜੇ ਗੱਲ ਕਰਨੀ ਹੈ। ਤੇ ਪਰਾਲੀ ਵਾਲਾ ਤਾਂ ਉਹ ਮੰਨੇ ਵੀ ਹੋਏ ਸੀ ਪਹਿਲਾਂ, ਤੇ ਉਹ ਗੱਲ ਕਰਨੀ ਹੈ। ਤਾਂ ਅਗਲਾ ਜਿਹੜਾ ਸਟੈਪ ਹੈ ਸੰਯੁਕਤ ਮੋਰਚੇ ਦੀ ਪੂਰੀ ਮੀਟਿੰਗ ਰਹੇਗੀ। ਉਹਦੇ ਪਿੱਛੇ ਇੱਕ ਬੇਭਰੋਸਗੀ ਹੈ ਬਹੁਤ ਵੱਡੀ। ਇਹ ਗੱਲ ਤੁਸੀਂ ਦੇਖੋ ਕਿੱਡੀ ਵੱਡੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਦੁਨੀਆ ਸਾਹਮਣੇ ਸਾਰੇ ਟੀਵੀ ਚੈਨਲਾਂ ਤੇ ਲਾਈਵ ਹੋ ਕੇ ਕਹਿੰਦਾ ਕਿ ਮੈਂ ਫੈਸਲਾ ਕਰਦਾ, ਪਰ ਉਸੇ ਦੇਸ਼ ਦੇ ਲੋਕਾਂ ਨੂੰ ਯਕੀਨ ਨਹੀਂ ਵੱਜ ਰਿਹਾ ਵੀ ਪ੍ਰਧਾਨ ਮੰਤਰੀ ਇਹ ਤੇ ਖੜੂਗਾ ਕਿ ਨਹੀਂ। ਜਿਵੇਂ 15 ਲੱਖ ਤੇ ਨਹੀਂ ਖੜੇ ਸੀ, ਜਿਵੇਂ ਬਾਕੀ ਜਿੰਨੇ ਮੁੱਦੇ ਜਾਂ ਬਾਕੀ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ। ਈਵਨ ਲੋਕਾਂ ਨੂੰ ਇੱਕ ਇਹ ਵੀ ਹੈ ਕਿ ਤੁਸੀਂ ਮੈਨੀਫੈਸਟੋ 'ਚ ਇਹ ਵੀ ਪਾਇਆ ਸੀਗਾ ਆਪਦੇ 'ਚ 2014 ਵਾਲੇ 'ਚ ਕਿ ਅਸੀਂ ਸਵਾਮੀਨਾਥਨ ਦੀ ਰਿਪੋਰਟ ਪੂਰੀ ਲਾਗੂ ਕਰਾਂਗੇ। ਅਗਲੇ ਹੀ 15 ਦਿਨ ਬਾਅਦ ਸੁਪਰੀਮ ਕੋਰਟ 'ਚ ਲੈ ਕੇ ਬਾਗੇ ਸੀ ਹਲਫਨਾਮਾ ਕਿ ਇਹ ਤਾਂ ਹੋ ਨਹੀਂ ਸਕਦਾ। ਇਸੇ ਕਰਕੇ ਮੇਰਾ ਖਿਆਲ ਹੈ ਮੋਰਚੇ ਦੀ ਇੱਕ ਰਣਨੀਤੀ ਇਹ ਬਣ ਰਹੀ ਹੈ ਕਿ ਉਨੇ ਦਿਨ ਉੱਥੇ ਬੈਠੇ ਰਹੋ ਜਿੰਨੇ ਦਿਨ, ਕਿਉਂਕਿ 29 ਤੋਂ ਹੀ ਪਾਰਲੀਮੈਂਟ ਹੈ। ਇਹ ਸੰਭਵ ਹੈ ਕਿ ਉਹ ਇਹ ਕਰ ਦੇਣ ਕਿ 29 ਦਾ ਪਹਿਲਾ ਦਿਨ ਹੈ, 500 ਦਾ ਜਥਾ ਜਾਣਾ ਸੀ, ਜਿਹੜਾ ਲਗਾਤਾਰ ਜਥੇ ਜਾਣੇ ਸੀ, ਉਹ ਜਥਿਆਂ ਵਾਲਾ ਪੈਂਡਿੰਗ ਪਾ ਸਕਦੇ ਨੇ ਹਲੇ ਕਿ ਦੇਖ ਲਾਂਗੇ, ਕੋਈ ਨਹੀਂ। ਜੇਕਰ ਪਹਿਲੇ 1-2 ਦਿਨਾਂ 'ਚ ਕਰਦੇ ਨੇ ਉਦੋਂ ਬਾਅਦ ਫੈਸਲਾ ਲਾਵਾਂਗੇ ਜੋ ਵੀ ਲਾਵਾਂਗੇ। ਇਹ ਇੱਕ ਬੇਭਰੋਸਗੀ ਹੈ। ਔਰ ਜੇ ਪੋਲੀਟੀਸ਼ੀਅਨ ਦੇ ਖਿਲਾਫ ਇੰਨੀ ਬੇਭਰੋਸਗੀ ਪੈਦਾ ਹੋ ਜੇ ਕਦੇ ਵੀ ਦੇਸ਼ਾਂ ਦੇ ਵਿੱਚ, ਤਾਂ ਲਾਜ਼ਮੀ ਹੈ ਲੋਕ ਅਲਟਰਨੇਟਿਵ ਚਾਹੁੰਦੇ ਨੇ। ਫਿਰ ਮੁੱਕਰ ਤਾਂ ਨਹੀਂ ਜਾਂਦੇ। ਹੁਣ ਤਾਂ ਦੁਨੀਆ ਸਾਹਮਣੇ, ਪੂਰੀ ਦੁਨੀਆ ਸਾਹਮਣੇ, ਭਾਰਤ ਦੇਸ਼ ਵਾਸੀਆਂ ਸਾਹਮਣੇ ਸੰਬੋਧਿਤ ਕਰ ਦਿੱਤਾ ਵੀ ਕਾਨੂੰਨ ਰੱਦ ਹੋਣਗੇ। ਹੁਣ ਮੁੱਕਰਨ ਦੇ ਕੋਈ ਚਾਂਸ ਹੈਗੇ ਨੇ? ਨਹੀਂ, ਮੇਰੇ ਖਿਆਲ ਹੈ ਚਾਂਸ ਤਾਂ ਨਹੀਂ। ਜੇ ਕੋਈ ਮੁੱਕਰ ਵੀ ਜਾਣਗੇ ਤਾਂ ਲੋਕਾਂ ਦਾ ਪੋਲੀਟੀਕਲ ਲਾਸ ਬਹੁਤ ਹੋ ਜਾਏਗਾ, ਮਤਲਬ ਸਿਆਸੀ ਨੁਕਸਾਨ ਬਹੁਤ ਜ਼ਿਆਦਾ ਹੋ ਜਾਏਗਾ। ਔਰ ਹੁਣ ਮੁੱਕਰਨ ਦਾ ਉਸ ਲੈਵਲ ਦਾ ਚਾਂਸ। ਪਰ ਜਿਹੜੀਆਂ ਦੂਜੀਆਂ ਗੱਲਾਂ ਨੇ, ਦੇਖੋ ਇੱਕ ਤਰੀਕਾ ਹੁੰਦਾ। ਇੱਕ ਤਰੀਕਾ ਇਹ ਹੈ ਸਾਡੇ ਸਾਹਮਣੇ ਕਿ ਪ੍ਰਧਾਨ ਮੰਤਰੀ ਅੱਜ ਤੱਕ, ਵੈਸੇ ਪ੍ਰਧਾਨ ਮੰਤਰੀ ਕਹਿੰਦਾ ਮੈਂ ਲੋਕਾਂ ਦਾ ਪ੍ਰਧਾਨ ਮੰਤਰੀ ਜੇ ਬਾਕੀ ਦੇ, ਅੱਜ ਤੱਕ ਇੱਕ ਵੀ ਮੀਟਿੰਗ ਕਿਸਾਨਾਂ ਨਾਲ ਉਹਨੇ ਕਿਉਂ ਨਹੀਂ ਕੀਤੀ। ਜੇ ਤੁਸੀਂ ਜਮਹੂਰੀਅਤ ਦੇ ਪ੍ਰਧਾਨ ਮੰਤਰੀ ਹੋ, ਜੇ ਹੁਣ ਵੀ ਆਹ ਐਲਾਨ ਕਰਨਾ ਸੀ 2 ਦਿਨ ਪਹਿਲਾਂ ਕਿਸਾਨਾਂ ਨਾਲ ਗੱਲ ਵੀ ਤਾਂ ਹੋ ਸਕਦੀ ਸੀ, ਗੱਲਬਾਤ ਤੋਂ ਪਹਿਲਾਂ ਬਾਅਦ ਐਲਾਨ ਕਰਨਾ। ਲੋਕੀ ਸਵਾਲ ਇਹੀ ਸਵਾਲ ਹੁੰਦਾ ਤੇ ਇਹ ਤੁਸੀਂ ਕਿਸਾਨ ਜਥੇਬੰਦੀਆਂ ਨੂੰ ਬੁਲਾਉਂਦੇ, ਬੁਲਾ ਕੇ ਸਾਰਾ ਤੈਅ ਕਰਕੇ ਐਲਾਨ ਤੁਸੀਂ ਕਰ ਦਿੰਦੇ, ਕਹਿੰਦੇ ਭਾਈ ਮੈਂ ਕਰੂੰਗਾ। ਪਰ ਇਹ ਸਿਹਰਾ ਲੈਣ ਦਾ ਸਵਾਲ ਹੈ। ਕਿਤੇ ਉਹਦੇ ਦਿਮਾਗ 'ਚ ਇਹ ਹੈ ਵੀ ਇਹਦਾ ਸਿਹਰਾ ਕਿਸਾਨਾਂ ਨੂੰ ਨਾ ਚਲਾ ਜਾਏ,
ਇਹਦਾ ਸਿਹਰਾ ਮੈਂ ਲੈਣਾ। ਜਿਵੇਂ ਤੁਸੀਂ ਦੇਖੋ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ, ਲਾਂਘੇ ਲਈ ਤਾਂ ਸਾਰੇ ਹੀ ਲੋਕ ਪਹਿਲਾਂ ਤੋਂ ਮੰਗ ਕਰ ਰਹੇ ਨੇ, ਬੀਜੇਪੀ ਤਾਂ ਉਹਦੇ ਪੱਖ 'ਚ ਵੀ ਨਹੀਂ ਸੀ ਸ਼ੁਰੂ 'ਚ। ਔਰ ਉਹ ਸਾਰੇ ਮਾਮਲੇ ਦੇ ਵਿੱਚ ਕੀ ਹੋਇਆ ਸਾਡੇ ਸਾਹਮਣੇ ਹੈ ਕਿ ਬੀਜੇਪੀ ਨੇ ਪੰਜਾਬ ਦੇ ਲੀਡਰਾਂ ਨੂੰ ਪ੍ਰਧਾਨ ਮੰਤਰੀ ਨੇ ਬੁਲਾ ਕੇ ਗੱਲਬਾਤ ਕੀਤੀ। ਗੱਲਬਾਤ ਕਰਨ ਤੋਂ ਬਾਅਦ ਇਹ ਕਿਹਾ ਤੀਜੇ ਦਿਨ ਵੀ ਅਸੀਂ ਲਾਂਘਾ ਖੋਲ ਰਹੇ ਹਾਂ ਜੀ। ਹਾਲਾਂਕਿ ਲਾਂਘਾ ਤਾਂ ਖੁੱਲਿਆ ਹੀ ਸੀ, ਉਹਨੂੰ ਆ ਮੌਕਾ ਦੇਣਾ ਸੀ। ਇਹਦਾ ਕ੍ਰੈਡਿਟ ਵੀ ਉਹ ਕਹਿੰਦੇ ਨੇ ਪੰਜਾਬ ਵਾਲੇ ਬੀਜੇਪੀ ਨੂੰ ਦੇ ਦਈਏ। ਜਿਹੜੀ ਸਿਆਸਤ ਨਾ ਬਹੁਤ ਸਵਾਰਥੀ ਹੈ। ਉਹ ਕਹਿੰਦਾ ਇਹਦਾ ਸਿਹਰਾ ਵੀ ਕਿਹਨੂੰ ਲੈ ਜੇ, ਪਰ ਉਹਨਾਂ ਨੂੰ ਪਤਾ ਜਿੰਨਾ ਮਰਜ਼ੀ ਕਰ ਲੈਣ, ਇਹਦਾ ਸਿਹਰਾ ਤਾਂ ਲੜਾਈ ਵਾਲੇ ਲੋਕਾਂ ਨੂੰ ਹੀ ਮਿਲਣਾ ਨਾ, ਜਿਨ੍ਹਾਂ ਨੇ ਐਡਾ ਲੰਮਾ ਸਮਾਂ ਲੜਿਆ। ਅਸਲ ਦੇ ਵਿੱਚ ਇਹ ਸਬਰ, ਸੰਤੋਖ ਦਾ, ਹਿੰਮਤ ਦਾ, ਦ੍ਰਿੜਤਾ ਦਾ ਮੁਕਾਬਲਾ ਸੀ ਇੱਕ ਸੱਤਾ ਦੇ ਹੰਕਾਰ ਨਾਲ, ਤੇ ਕਿਤੇ ਨਾ ਕਿਤੇ ਸਬਰ ਸੰਤੋਖ ਜਿੱਤੇ। ਅੱਛਾ ਸਰ, ਇੱਕ ਹੋਰ ਸਵਾਲ ਹੈ ਕਿ ਜਿਵੇਂ ਕਹਿੰਦੇ ਸੀ ਕਿ ਜੇ ਮੋਦੀ ਨੇ ਕਾਨੂੰਨ ਵਾਪਸ ਲੈ ਲਏ, ਧਾਰਾ 370 ਹੈਗੀ ਹੈ, ਉਸ ਤੋਂ ਬਾਅਦ ਸ਼ਹੀਨ ਬਾਗ ਦਾ ਪ੍ਰੋਟੈਸਟ ਚੱਲਿਆ ਸੀ, NCR NPR ਨੂੰ ਵੀ ਆਪਾਂ ਨੂੰ ਪਤਾ ਪ੍ਰੋਟੈਸਟ ਹੋਈ ਸੀ, ਫਿਰ ਉਦੋਂ ਉਸ ਸਮੇਂ ਗੱਲ ਚੱਲੀ ਸੀ ਵੀ ਜੇ ਇਹ ਕਾਨੂੰਨ ਵਾਪਸ ਹੁੰਦੇ ਨੇ, ਧਾਰਾ 370 ਜਿਹੜੀ ਤੋੜੀ ਗਈ ਹੈ ਉਹ ਹੀ ਫਿਰ ਬਹਾਲ ਹੋ ਜਾਊਗੀ। ਹੁਣ ਇਹ ਚਰਚਾ ਹੋਊਗੀ, ਹੁਣ ਤਾਂ ਸੋਸ਼ਲ ਮੀਡੀਆ ਦਾ ਚਲੋ ਕੋਈ ਗੱਲ ਨੂੰ ਆਪਾਂ ਮੰਨ ਨਹੀਂ ਸਕਦੇ, ਪਰ ਚਰਚਾ ਛਿੜੂਗੀ ਜੇ ਇਹ ਕਾਨੂੰਨ ਰੱਦ ਹੋਏ ਨੇ, ਬਾਕੀ ਜਿਹੜੇ ਕਾਨੂੰਨ ਬਣੇ ਨੇ ਉਹ ਵੀ ਰੱਦ ਹੋਣਗੇ ਕਿ ਨਹੀਂ ਹੋਣਗੇ। ਸ਼ਹੀਨ ਬਾਗ ਵਾਲਾ ਵੀ ਮੁੱਦਾ ਪੈਂਡਿੰਗ ਪਿਆ ਹਲੇ। ਦੇਖੋ, ਰੱਦ ਤਾਂ ਅੱਜ ਇਹੋ ਜਿਹੇ ਸਾਡੀਆਂ ਸਰਕਾਰਾਂ ਨੇ ਇਸ ਸਿਧਾਂਤ ਤੋਂ ਨਹੀਂ ਚੱਲਦੀਆਂ ਵੀ ਜੇ ਇੱਕ ਕਰਤਾ 10 ਲੋਕ ਕਹਿੰਦੇ ਨੇ ਇਹ ਵੀ ਰੱਦ ਕਰ ਦਿਓ। ਇਹ ਮਜਬੂਰੀ 'ਚੋਂ ਚੱਲਦੀਆਂ ਨੇ। ਜੇ ਕੋਈ ਐਡੀ ਵੱਡੀ ਮੂਵਮੈਂਟ ਦੁਬਾਰਾ ਉਹਨਾਂ ਮੁੱਦਿਆਂ ਤੇ ਬਣੂਗੀ ਤਾਂ ਕਰਨਗੀਆਂ, ਇਹਨਾਂ ਨੇ ਵੈਸੇ ਨਹੀਂ ਕਰ ਦੇਣਾ ਕਿਸੇ ਤਰੀਕੇ ਦੇ ਨਾਲ ਰੱਦ। ਇਹ ਗੱਲ ਭੁੱਲ ਜਾਓ ਕਿ ਸਰਕਾਰ ਹੁਣ ਸੈਂਸਿਟਿਵ ਹੋ ਗਈ, ਸੰਵੇਦਨਸ਼ੀਲ ਹੋ ਗਈ। ਹੁਣ ਦੂਜੇ ਮੁੱਦੇ ਨੇ, ਹਾਂ ਉਹਦੇ ਨਾਲ ਇੱਕ ਦਲੀਲ ਜ਼ਰੂਰ ਜੁੜ ਜਾਊਗੀ ਵੀ ਜੇ ਉਹ ਅੰਦੋਲਨ ਕਰਕੇ ਉਹਦੀ ਤਾਦਾਦ ਜ਼ਿਆਦਾ ਵੱਡੀ ਸੀ, ਉਹ ਅੰਦੋਲਨ ਦੇ ਕਰਕੇ ਤੁਸੀਂ ਇਹ ਕਰ ਸਕਦੇ ਹੋ, ਮਤਲਬ ਵਾਪਸ ਕਰ ਸਕਦੇ ਹੋ, ਤਾਂ ਦੂਜਿਆਂ ਦੀ ਵੀ ਤਾਂ ਸੁਣੋ, ਦੂਜਿਆਂ ਨਾਲ ਵੀ ਜਾ ਕੇ ਗੱਲ ਕਰੋ। ਅਜੇ ਵੀ ਕਿਸਾਨ ਅੰਦੋਲਨ ਦੇ ਨਾਲ ਵੀ ਗੱਲ ਕਰਨੀ ਪਏਗੀ। ਕੋਈ ਇਹ ਤਾਂ ਨਹੀਂ ਆ ਜਿਹੜੇ ਬਾਕੀ ਦੇ ਨਿਟੀ ਗ੍ਰਿਟੀ ਹੈ, ਨੋਟੀਫਿਕੇਸ਼ਨ ਨੇ, ਜੇ ਉਹ ਇਹ ਤਾਂ ਬੈਠ ਕੇ ਗੱਲ ਕਰਨੀ ਪਏਗੀ ਨਾ, ਤਾਂ ਹੀ ਅੰਦੋਲਨ ਨਾਲ ਦਾ ਤਾਂ ਕੋਈ ਫੈਸਲਾ ਹੋਏਗਾ ਉਸ ਪੱਧਰ ਦੇ ਉੱਤੇ। ਇਸ ਕਰਕੇ ਇਹ ਹੈ ਕਿ ਜਿਹੜੇ ਬਾਕੀ ਦੇ ਮੁੱਦੇ ਨੇ, ਹਾਂ ਇਹ ਜ਼ਰੂਰ ਸੀ ਜੇਕਰ ਸੁਪਰੀਮ ਕੋਰਟ ਇਹਦਾ ਨੋਟਿਸ ਲੈ ਕੇ ਇਹਨੂੰ ਇਹ ਕਹਿੰਦੀ ਕਿ ਗੈਰ ਕਾਨੂੰਨੀ ਹੈ, ਗੈਰ ਸੰਵਿਧਾਨਕ ਹੈ। ਮੰਨ ਲਓ ਜਿਹੜਾ ਇੱਕ ਲੌਜਿਕ ਦਿੱਤਾ ਜਾ ਰਿਹਾ ਨਾ ਕਿ ਖੇਤੀ ਸਟੇਟ ਸਬਜੈਕਟ ਹੈ, ਸੂਬਿਆਂ ਦਾ ਵਿਸ਼ਾ ਹੈ, ਉਹ 'ਤੇ ਕੇਂਦਰ ਸਰਕਾਰ ਕਾਨੂੰਨ ਬਣਾ ਨਹੀਂ ਸਕਦੀ। ਇਹ ਫੈਡਰਲਿਜ਼ਮ ਦਾ ਕੁਐਸਚਨ ਹੈ। ਜੇ ਇੱਕ ਨੂੰ ਰੱਦ ਕਰ ਦਿੰਦੀ ਸੁਪਰੀਮ ਕੋਰਟ ਇਹ ਕਾਨੂੰਨਾਂ ਨੂੰ ਆਪ, ਜਿਹੜਾ ਕਿ ਉਹਨੇ ਵੈਧਤਾ ਤੇ ਗੱਲ ਨਹੀਂ ਕੀਤੀ, ਫਿਰ ਬਾਕੀ ਦੀ ਲੜੀ ਜੁੜਦੀ ਵੀ ਇਹਦਾ ਵੀ ਫੈਸਲਾ ਕਰੋ, ਇਹਦਾ ਵੀ ਫੈਸਲਾ ਕਰੋ, ਇਹਦਾ ਵੀ ਫੈਸਲਾ ਕਰੋ। ਹੁਣ ਉਹ ਅੰਦੋਲਨਾਂ 'ਤੇ ਨਿਰਭਰ ਕਰੇਗਾ, ਹੁਣ ਉਹ ਸਿਆਸਤ 'ਤੇ ਨਿਰਭਰ ਕਰੇਗਾ ਕੀ ਵਿਰੋਧੀ ਧਿਰਾਂ। ਬਾਕੀ ਤੁਸੀਂ ਦੱਸੋ ਦੇਸ਼ ਦੇ ਵਿੱਚ ਕਿੱਥੇ ਹੈ 370 ਦੇ ਮਾਮਲੇ 'ਚ ਕਿੰਨੀਆਂ ਵਿਰੋਧੀ ਧਿਰਾਂ ਖੜਨ ਲਈ ਤਿਆਰ ਨੇ ਕਿ ਉਹ ਠੀਕ। ਪੰਜਾਬ ਖੜਿਆ ਸੀ ਕੁਝ, ਉਹ ਪੰਜਾਬ ਦਾ ਇੱਕ ਹਿੱਸਾ, ਇੱਕ ਛੋਟੇ ਗਰੁੱਪ ਸੀ ਜਿਹੜੇ ਖੜੇ ਸੀ ਉਸ ਦੇ ਨਾਲ। ਔਰ ਇਸੇ ਤਰ੍ਹਾਂ ਨਾਗਰਿਕ ਸੋਧ ਬਿੱਲ ਤੇ ਕਿੰਨੀਆਂ ਵਿਰੋਧੀ ਧਿਰਾਂ ਨੇ ਜਿਹੜੀਆਂ ਮੂਵਮੈਂਟ ਲੜਨ ਲਈ ਤਿਆਰ ਨੇ। ਸਾਡੀ ਸਿਆਸਤ ਅਸਲ 'ਚ ਕਮਜ਼ੋਰ ਹੋ ਗਈ। ਸਿਆਸੀ ਪਾਰਟੀਆਂ ਲੜਾਈ ਦੇ ਮੂਡ 'ਚ ਉਸ ਲੈਵਲ ਤੇ ਹੈ ਨਹੀਂ, ਓਡੀ ਜਾਨ ਨਹੀਂ ਹੈ, ਨਹੀਂ ਤਾਂ ਖੈਰ ਇਹੋ ਜਿਹੇ ਫੈਸਲੇ ਸ਼ਾਇਦ ਹੁੰਦੇ ਹੀ ਨਾ। ਅੱਛਾ ਸਰ, ਹੁਣ ਲੱਗਦਾ ਵੀ ਰੱਦ ਕਰਵਾ ਕੇ ਉੱਠਣ, ਸੈਸ਼ਨ ਦੇਖਣ, ਉਸ ਪਹਿਲਾਂ ਦਾ ਫਾਇਦਾ ਨਹੀਂਗਾ, ਕਿਉਂਕਿ ਕਈ ਕਿਸਾਨ ਕਹਿ ਰਹੇ ਸੀ ਵੀ ਹੁਣ ਤਾਂ ਰੱਦ ਹੋ ਗਏ ਵਾਪਸ ਚੱਲੀਏ, ਪਰ ਹੱਲੇ ਹੈਗੇ ਨੇ ਕਿ ਸਾਈਨ ਕਰਾ ਕੇ ਮੁੜਨ ਰਾਸ਼ਟਰਪਤੀ ਕੋਲੋਂ ਤਾਂ ਫਾਇਦਾ ਨਹੀਂ। ਮੈਨੂੰ ਲੱਗਦਾ ਇਹੀ ਹੋਏਗਾ। ਔਰ ਇਦੋਂ ਪਹਿਲਾਂ ਮੁੜਨ ਗਏ ਨੇ ਉਹ ਸਿਆਣੇ ਨੇ, ਸਭ ਨੂੰ ਪਤਾ ਹੀ ਹੈ। ਉਦੋਂ ਪਹਿਲਾਂ ਆ ਗਏ ਤਾਂ ਕਈ ਚਰਚਾਵਾਂ ਹੋਣਗੀਆਂ, ਕੁਛ ਹੋਰ ਟਾਈਪ ਦੀਆਂ ਗੱਲਾਂ ਹੋਣਗੀਆਂ, ਤੇ ਜਿੱਥੇ ਹੁਣ 1 ਸਾਲ ਹੋ ਜਾਊਗਾ ਤੇ ਸਾਲ 'ਚ ਹੋਰ 10 ਦਿਨ ਲੱਗ ਜਾਣਗੇ, 20 ਦਿਨ, ਉਹ ਕੋਈ ਬੜੀ ਗੱਲ ਨਹੀਂ ਹੈ। ਤੇ ਉੱਥੋਂ ਮੁਕੰਮਲ ਰੂਪ ਦੇ ਵਿੱਚ ਵਿਡਰਾਲ ਤੋਂ ਬਾਅਦ ਹੀ ਮੈਨੂੰ ਲੱਗਦਾ ਸੰਯੁਕਤ ਮੋਰਚਾ ਉੱਥੋਂ ਵਾਪਸ ਆਏਗਾ, ਉਦੋਂ ਬਿਨਾਂ ਨਹੀਂ ਹੈ। ਔਰ ਹੋਰ 10-15 ਦਿਨ ਦੀ ਖੇਡ ਹੈ। ਇੱਕ ਆਖਰੀ ਸਵਾਲ ਹੈ ਸਰ, ਸਹਿਰਾ ਕਿਸ ਦੇ ਜਾਂਦਾ, ਕਿਉਂਕਿ 700 ਤੋਂ ਉੱਪਰ ਕਿਸਾਨ ਸ਼ਹੀਦ ਹੋਇਆ, ਉਹ ਵੀ ਦੇਖਿਆ, ਠੰਡ ਗਰਮੀ, ਹਰ ਇੱਕ ਬੁੱਧੀਜੀਵੀ ਪੱਤਰਕਾਰ ਵੀ ਜਾਂਦੇ ਰਹੇ, ਹਰ ਇੱਕ ਨੇ ਯੋਗਦਾਨ ਪਾਇਆ। ਕਈ ਇਹ ਵੀ ਕਹਿੰਦੇ ਰਹੇ ਵੀ ਜਥੇਬੰਦੀਆਂ ਭਾਰ ਨਹੀਂ ਚੱਲਦੀਆਂ ਲੱਤਾਂ, ਕੋਈ ਅੱਗੇ ਪ੍ਰੋਗਰਾਮ ਦਿਓ। ਕੋਈ ਇਹ ਵੀ ਕਹਿੰਦਾ ਸੀ ਵੀ ਉੱਥੇ ਬੈਠ ਕੇ ਕਰਨਾ ਕੀ ਹੈ, ਪੈਸਾ ਖਰਚ, ਐਨਰਜੀ ਖਰਚ ਹੁੰਦੀ ਪਈ ਹੈ, ਕੀ ਹੋਊਗਾ। ਹੁਣ ਸਾਰਿਆਂ ਦੀ ਜੇ ਗੱਲ ਕਰੀਏ, ਕਾਨੂੰਨ ਰੱਦ ਹੋ ਗਏ ਨੇ, ਤੇ ਕਿਸ ਇੱਕ ਨਾਲ ਇਤਿਹਾਸ ਯਾਦ ਰੱਖੂਗਾ, ਔਰ ਕਿਸ ਇੱਕ ਨਾਲ ਆਉਣ ਵਾਲੇ ਨੌਜਵਾਨ ਨੇ ਉਹਨੂੰ ਕਿਵੇਂ ਸੇਧ ਦਿੰਦਾ ਰਹੂਗਾ ਇਹ ਅੰਦੋਲਨ। ਨਹੀਂ, ਇਹ ਬਹੁਤ ਸੁਨਹਿਰੀ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਚ ਲਿਖਿਆ ਜਾਏਗਾ। ਇਸ ਅੰਦੋਲਨ ਨੇ ਬਹੁਤ ਨਵੀਆਂ ਪਿਰਤਾਂ ਪਾਈਆਂ ਨੇ, ਇੱਕ ਨਹੀਂ ਹੈ। ਇਹ ਠੀਕ ਹੈ ਕਿ ਉਹ ਆਪੋ ਆਪਣੀ ਤੰਗ ਨਜ਼ਰੀ 'ਚੋਂ ਲੋਕ ਕਹਿੰਦੇ ਸੀ, ਜਾਂ ਵੱਖ-ਵੱਖ ਹੋਣਗੇ, ਜਾਂ ਐਕਸਪੀਰੀਅੰਸ ਨਹੀਂ ਹੋਏਗਾ, ਜਾਂ ਸਾਜ਼ਿਸ਼ ਦਾ ਨਾਮ ਵੀ ਕਹੋ ਤਾਂ ਵੀ ਇਹ ਕੰਮਾਂ ਖਲੀ 'ਚੋਂ ਬਥੇਰੀਆਂ ਗੱਲਾਂ ਨੇ। ਉਹਨਾਂ ਸੱਜਣਾਂ ਨੂੰ ਵੀ ਸਮਝਣਾ ਚਾਹੀਦਾ ਹੈ ਜਿਹੜੇ ਲੋਕ ਕਹਿੰਦੇ ਨੇ ਹੁਣ ਦਬਾਅ ਨਹੀਂ ਹੈ ਜੀ, ਸਖਤ ਐਕਸ਼ਨ ਦਿਓ। ਦਬਾਅ ਪਤਾ ਲੱਗ ਗਿਆ ਨਾ ਦਬਾਅ ਕੀ ਹੁੰਦਾ, ਦਬਾਅ ਕਿਵੇਂ ਪੈਂਦਾ। ਹੁਣ ਦਬਾਅ ਪਹਿਲੇ ਦਿਨ ਆ ਚੀਕ ਥੋੜੀ ਕਹਿੰਦਾ ਬੰਦਾ ਕਿ ਮੇਰੇ ਤੇ ਦਬਾਅ ਹੈਗਾ ਜਾਂ ਮੇਰੇ ਤੇ ਦਬਾਅ ਨਹੀਂ ਹੈਗਾ। ਔਰ ਕਈ ਵਾਰ ਕਹਿੰਦੇ ਨੇ ਚੁੱਪ ਦੀ ਖਾਮੋਸ਼ੀ ਜਿਹੜੀ ਆ ਉਹ ਦੂਜੇ ਚਲਾਉਣ ਨਾਲੋਂ ਜ਼ਿਆਦਾ ਕੰਨ ਪਾੜਵੀਂ ਹੁੰਦੀ ਹੈ। ਜਿਹੜੇ ਇਸ ਮੌਕੇ ਦੇ ਅੱਜ ਦੇ 21ਵੀਂ ਸਦੀ ਦੇ ਅੰਦੋਲਨਾਂ ਦੇ ਵਿੱਚ ਵੱਡਾ ਤੇ ਇੰਨੇ ਮਨੁੱਖਾਂ ਨੂੰ ਸ਼ਾਮਲ ਕਰਨ ਵਾਲਾ ਦੁਨੀਆ ਦਾ ਇਹ ਵੱਡਾ ਅੰਦੋਲਨ ਹੈ, ਇਕੱਲਾ ਸਾਡਾ ਅੰਦੋਲਨ ਨਹੀਂ ਹੈ।
ਔਰ ਲੋਕ ਹੁਕਮਰਾਨੇ ਨੂੰ ਪਾਠਕ੍ਰਮ 'ਚ ਲਾਉਣ ਨਾ ਲਾਉਣ, ਪਰ ਇਹ ਲੋਕਾਂ ਦੇ ਚੇਤਿਆਂ ਦੇ ਵਿੱਚ ਤੇ ਪ੍ਰਾਈਵੇਟ ਗੱਲਾਂ ਦੇ ਵਿੱਚ, ਕਿਤਾਬਾਂ ਦੇ ਵਿੱਚ ਤੇ ਆ ਜਿਹੜਾ ਸਾਰਾ ਹੁਣ ਇਤਿਹਾਸ ਦੇ ਪੰਨੇ ਬਣ ਗਏ ਨੇ। ਲੋਕ ਕੋਈ ਟੀਵੀ ਚੈਨਲਾਂ ਦੀਆਂ ਬਹਿਸਾਂ ਹੋਣਗੀਆਂ, ਦੇਖਣ ਗਈਆਂ ਇੰਟਰਵਿਊਆਂ ਹੋਣਗੀਆਂ, ਲਿਖੀਆਂ ਗਈਆਂ ਅਖਬਾਰਾਂ 'ਚ ਤੇ ਕਿਤਾਬਾਂ 'ਚ ਸਾਂਭੀਆਂ ਗਈਆਂ ਨੇ, ਉਹ ਐਵੇਂ ਤਾਂ ਨਹੀਂ ਚੱਲੇਗਾ। ਆਉਣ ਵਾਲੀ ਪੀੜ੍ਹੀ ਨੂੰ ਮੋਟੀਵੇਸ਼ਨ ਦੇਗਾ, ਪ੍ਰੇਰਨਾ ਦੇਗਾ ਉਸ ਪੱਧਰ ਦੇ ਉੱਤੇ ਕਿ ਕਿਸ ਕਾਠ ਦੀ ਤਲਵਾਰ ਨਾਲ ਇੱਕ ਐਡੀ ਸੱਤਾਧਾਰੀ ਸਰਕਾਰ ਨਾਲ ਲੜੇ। ਜਿੱਥੇ ਕਿਹਾ ਜਾਂਦਾ ਸੀ ਵੀ ਜੀਤੇ ਮਰਜੀ ਜੂਏ ਪੀਏ ਦਾ ਪਰਚਾ ਪਾ ਦਿਓ, ਜਿੱਥੇ ਦਹਿਸ਼ਤ ਦਾ ਮਾਹੌਲ ਸੀ, ਕੋਈ ਬੋਲਣ ਲਈ ਤਿਆਰ ਨਹੀਂ ਸੀ, ਦੂਜੀਆਂ ਪਾਰਟੀਆਂ ਵੀ ਬੋਲਣ ਲਈ ਤਿਆਰ ਨਹੀਂ ਸੀ। ਕਦੇ ਈਡੀ ਲਾ ਦਿਓ ਪਿੱਛੇ, ਕਦੇ CBI ਲਾ ਦਿਓ ਪਿੱਛੇ। ਇਹ ਬਹੁਤ ਵੱਡਾ ਮੈਨੂੰ ਲੱਗਦਾ ਇੱਕ ਇਤਿਹਾਸਕ ਕਾਰਨਾਮਾ ਹੋਇਆ, ਔਰ ਇਹ ਕਾਰਨਾਮਾ ਇਸ ਕਰਕੇ ਵੀ ਹੋਇਆ ਕਿ ਇੱਕ ਨਜ਼ਰੀਏ ਦੇ, ਗੁਰੂ ਦੇ ਸਿਧਾਂਤ ਦੇ ਜਿਹੜਾ ਸਵਾਲ ਸੀ ਉਹ ਪੱਕੇ ਪੈਰੀ ਹੋਇਆ। ਇੱਧਰ ਉੱਧਰਲੇ ਜੋ ਮਰਜ਼ੀ ਕਰਦੇ ਰਹਿਣ, ਤੁਸੀਂ ਆਪਣਾ ਕੰਮ ਉਦੇਸ਼ ਦੇ ਰੂਪ ਦੇ ਵਿੱਚ ਕਰਦੇ ਰਹੋ, ਔਰ ਆਉਣ ਵਾਲਾ ਭਵਿੱਖ ਦੇ ਜਿਹੜੇ ਅੰਦੋਲਨ ਹੋਣਗੇ ਉਹ ਸ਼ਾਂਤਮਈ ਅੰਦੋਲਨ ਹੋਣਗੇ, ਲੋਕਾਂ ਦੀ ਦ੍ਰਿੜਤਾ ਤੇ ਸਬਰ ਸੰਤੋਖ ਵਾਲੇ ਅੰਦੋਲਨ ਹੋਣਗੇ, ਲੋਕਾਂ ਦੀ ਸਮੂਲੀਅਤ ਵਾਲੇ ਹੋਣਗੇ। ਉਹ ਪਰ ਸਬਰ ਲੰਮਾ ਚਾਹੀਦਾ, ਸਾਲਾਂ ਬੱਧੀ ਮਤਲਬ ਅੰਦੋਲਨ ਇਹ ਨਹੀਂ ਵੀ ਇੱਕ ਦਿਨ ਗਏ ਤੇ ਆ ਗਏ। ਜਿਹੜਾ ਭਮੂਕਾ ਮਾਰਕਾ ਅੰਦੋਲਨ ਨੇ ਨਾ ਕਿ ਅਗਲੇ ਦਿਨ ਆ ਜਾਓ ਜਾਂ ਠੋਕ ਦਿਓ ਬੰਦਾ ਜਾਂ ਆ ਜਾਓ, ਉਹ ਨੁਕਸਾਨ ਜ਼ਿਆਦਾ ਕਰਾਉਂਦੇ ਨੇ ਤੇ ਉਹਦੇ 'ਚ ਰਿਜ਼ਲਟ ਘੱਟ ਆਉਂਦਾ। ਆਖਿਰ ਕਮੈਂਟ ਹੈ ਕਿ MSP ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਮੇਟੀ ਬਣਨੀ ਚਾਹੀਦੀ ਹੈ, ਅਲੱਗ-ਅਲੱਗ ਤਰੀਕੇ ਨਾਲ ਫਿਰ ਫੈਸਲੇ ਕੀਤੇ ਜਾਣਗੇ। ਦੂਸਰੇ ਪਾਸੇ 32 ਜਥੇਬੰਦੀਆਂ ਤੇ ਅੱਜ ਵੀ ਉਸੇ ਸਟੈਂਡ ਦੇ ਕਾਇਮ ਨੇ ਕਿ ਜਦ ਤੱਕ MSP ਦੀ ਗਰੰਟੀ ਨਹੀਂ ਹੁੰਦੀ ਸੀ ਵਾਪਸ ਨਹੀਂ ਆਉਣਾ। ਹੁਣ ਇਹ ਕਿਵੇਂ ਮਸਲਾ ਹੱਲ ਹੋ ਸਕਦਾ ਦੋਨਾਂ ਵਿੱਚ? ਨਹੀਂ, ਸੰਭਵ ਹੈ ਜੇਕਰ ਉਹ ਉਹਨਾਂ 'ਚ ਫੈਸਲਾ ਹੋਏਗਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਕਿ ਕਮੇਟੀ ਬਣਦੀ ਆ, ਕਮੇਟੀ ਦੀ ਬਣਤਰ ਕੀ ਹੋਏਗੀ, ਉਹਦੇ ਟਰਮਜ਼ ਆਫ ਰੈਫਰੈਂਸਸ ਕੀ ਹੋਣਗੀਆਂ, ਉਹ ਜੇ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਸਰਕਾਰ ਤੈਅ ਕਰੇਗੀ, ਫਿਰ ਉਹਦਾ ਫੈਸਲਾ ਬਾਈਂਡਿੰਗ ਹੋਏਗਾ। ਸਰਕਾਰ ਮੰਨੇ ਵੀ ਨਾ, ਕਿਤੇ ਕਮੇਟੀ ਨੂੰ ਕਹੇ ਦੇ ਵੀ ਸਿਫਾਰਸ਼ਾਂ ਰੱਖ ਦਿਓ, ਉਦੋਂ ਆਮ ਗੱਲਾਂ ਦੇ ਵਾਂਗ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਿਟੀ ਗ੍ਰਿਟੀ ਹੈ, ਇਹ ਸਰਕਾਰ ਨੂੰ ਬੈਠ ਕੇ ਹੱਲ ਕਰਨੀ ਪਏਗੀ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਦੇ ਨਾਲ। ਉਹ ਸਹਿਮਤ ਹੋ ਗਏ, ਉਸ 'ਚ ਕਨਵਿੰਸ ਹੋ ਗਏ ਵੀ ਚਲੋ ਇਹ ਠੀਕ ਹੈ ਤਾਂ ਠੀਕ ਹੈ, ਨਹੀਂ ਸਹਿਮਤ ਹੋ ਗਏ ਤਾਂ ਦੇਖੋ ਉਦੋਂ ਬਾਅਦ ਕੀ ਬਣਦਾ। ਮੈਨੂੰ ਲੱਗਦਾ ਕਿ ਸਰਕਾਰ ਜਿੱਥੇ ਇਹ ਕਰਦੀ ਹੈ ਤਾਂ ਕਿਤੇ ਨਾ ਕਿਤੇ ਉਹਨੇ ਮਨ ਬਣਾਇਆ ਹੋਣਾ ਉਸ ਗੱਲ ਤੇ ਵੀ ਸਹਿਮਤੀ ਵਾਸਤੇ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ, ਲਗਾਤਾਰ 1 ਸਾਲ ਤੋਂ ਅਖਬਾਰਾਂ ਵਿੱਚ ਲਿਖਦੇ ਆਉਂਦੇ ਸਨ, ਲੇਖ ਵੀ ਛਪਦੇ ਰਹੇ, ਇੰਟਰਵਿਊ ਹੁੰਦੀਆਂ ਰਹੀਆਂ ਵੀ ਕਿਸ ਤਰੀਕੇ ਨਾਲ ਅੰਦੋਲਨ ਚੱਲਦਾ ਪਿਆ। ਜਿਨ੍ਹਾਂ ਨੇ ਸਵਾਲ ਕਰਨੇ ਸੀ ਕੀਤੇ, ਜਿਨ੍ਹਾਂ ਨੇ ਉੱਥੇ ਜਾਣਾ ਸੀ ਉਹ ਜਾ ਕੇ ਬੈਠੇ ਵੀ, ਕੀਤਿਆਂ ਦਾ ਇਹ ਅੰਦੋਲਨ ਹੈਗਾ ਸੀ। ਉਹਨਾਂ ਨੇ ਦਿਖਾਇਆ ਵੀ ਹੈ ਵੀ ਕਿਸ ਤਰੀਕੇ ਨਾਲ ਧਰਨੇ ਲੱਗਦੇ ਨੇ। ਜਿੱਤ ਅਖੀਰ ਵਿੱਚ ਜਾ ਕੇ ਹੋਈ ਹੈ। ਅੱਜ ਵੀ ਕਿਸਾਨ ਅਖੀਰ ਤੱਕ ਅੜੇ ਰਹੇ ਸੀ ਵੀ ਜਦ ਤੱਕ ਅੰਦੋਲਨ ਵਿੱਚ 3 ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ ਤਦ ਤੱਕ ਉਹ ਬੈਠੇ ਰਹਿਣਗੇ। ਬੈਠੇ ਵੀ ਨੇ, ਸਬਰ ਵਾਲੇ ਬੈਠੇ ਵੀ ਨੇ। ਅੰਦੋਲਨ ਹੁਣ ਖਤਮ ਹੋਣ ਦੀ ਕਗਾਰ ਤੇ ਕੁਝ ਦਿਨ ਬਾਕੀ ਨੇ। ਜਦੋਂ ਸਾਈਨ ਹੋ ਗਏ, ਸੰਸਦ ਵਿੱਚ ਆ ਗਏ ਵੀ ਕਾਲੇ ਕਾਨੂੰਨ ਰੱਦ ਹੋ ਗਏ ਨੇ, ਉਦੋਂ ਹੀ ਕਿਸਾਨ ਜਿਹੜੇ ਨੇ ਉਹ ਕਹਿੰਦੇ ਵਾਪਸ ਉੱਠ ਕੇ ਆਉਣਗੇ। ਪਰ ਇਹ ਜਿੱਤ ਹੋਈ ਹੈ, ਆਉਣ ਵਾਲੇ ਕਈ ਸਾਲਾਂ ਤੱਕ ਇਸ ਜਿੱਤ ਨੂੰ ਯਾਦ ਰੱਖਿਆ ਜਾਊਗਾ।